ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਰਜੀਤ ਢਿੱਲੋਂ, ਜੀਨੀਅਸ ਅਕੈਡਮੀ ਮਾਨਸਾ। ਆਪਾਂ ਪੋਲਿਟੀ ਦੀ ਸੀਰੀਜ਼ ਸਟਾਰਟ ਕੀਤੀ ਸੀ, ਜਿਹਦੇ ਵਿੱਚ ਅੱਜ ਆਪਣਾ ਲੈਕਚਰ ਸੈਕਿੰਡ ਹੈ ਜੀ। ਲੈਕਚਰ ਫਸਟ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਸਟੂਡੈਂਟ ਦੀ ਡਿਮਾਂਡ 'ਤੇ। ਹੁਣ ਆਪਾਂ ਇਸ ਪੋਲਿਟੀ ਦੀ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਜੀ। ਅਤੇ ਜਿਹੜਾ ਤੁਹਾਡੀ ਇਹ ਪੋਲਿਟੀ ਦੀ ਸੀਰੀਜ਼ ਹੈਗੀ, ਇਹ SST ਜਿੱਦਾਂ ਤੁਹਾਡਾ PSTET ਆ ਰਿਹਾ ਹੈਗਾ ਜਾਂ PSSSB ਐਗਜ਼ਾਮ ਨੇਗੇ, ਦੋਵਾਂ ਦੇ ਲਈ ਬੈਨੀਫਿਸ਼ੀਅਲ ਆ ਜੀ। ਅਤੇ ਪੋਲਿਟੀ ਦਾ ਅੱਜ ਆਪਣਾ ਡੇ ਸੈਕਿੰਡ ਹੈਗਾ। ਫਸਟ ਦੇ ਵਿੱਚ ਅਸੀਂ ਕੌਨਸਟੀਟਿਊਸ਼ਨ ਦੀ ਸਟਾਰਟਿੰਗ ਕਰ ਚੁੱਕੇ ਹਾਂ ਜੀ, ਅਤੇ ਹੁਣ ਅੱਜ ਆਪਾਂ ਡੇ ਸੈਕਿੰਡ ਦੇ ਵਿੱਚ ਸਟਾਰਟਿੰਗ ਕਰ ਰਹੇ ਹਾਂ ਜੀ ਸੰਵਿਧਾਨ ਸਭਾ ਦੀ, ਕੌਨਸਟੀਟਿਊਂਟ ਅਸੈਂਬਲੀ ਦੀ। ਉਸ ਦਿਨ ਆਪਾਂ ਵੇਖ ਚੁੱਕੇ ਹਾਂ ਜੀ, ਜਿਹੜਾ ਸਾਡੀ ਸੰਵਿਧਾਨ ਸਭਾ ਹੈਗੀ, ਕੌਨਸਟੀਟਿਊਂਟ ਅਸੈਂਬਲੀ ਹੈਗੀ, ਇਹਦੇ 389 ਮੈਂਬਰ ਨੇਗੇ ਜਿਹੜੇ। ਇਹਨਾਂ ਨੂੰ ਕਿਹਨਾਂ ਨੇ ਚੁਣਿਆ ਸੀ ਜੀ, ਕਿਹੜੇ ਪਰਸਨ ਆਏ ਸੀ? ਇਹਦੇ ਲਈ ਆਇਆ ਸੀਗਾ ਸਾਡਾ ਜੀ ਕੈਬਨਿਟ ਮਿਸ਼ਨ ਪਲਾਨ। ਕਿਹਨਾਂ ਨੇ ਭੇਜਿਆ ਸੀ ਜੀ? ਬ੍ਰਿਟੇਨ ਦੇ PM ਕਲੀਮੈਂਟ ਐਟਲੀ ਨੇ ਜੀ। ਆਪਾਂ ਥੋੜ੍ਹਾ ਜਿਹਾ ਪਿਛਲੀ ਵੀਡੀਓ ਬਾਰੇ ਦੇਖਦੇ ਹਾਂ ਜੀ। ਬ੍ਰਿਟੇਨ ਦੇ PM ਕਲੀਮੈਂਟ ਐਟਲੀ ਨੇ ਆਪਣੀ ਕੈਬਨਿਟ ਦੇ ਵਿੱਚੋਂ 3 ਮੈਂਬਰ ਪਾਸ ਕੀਤੇ ਸੀਗੇ ਜੀ। ਉਹ ਤਿੰਨੋਂ ਮੈਂਬਰਾਂ ਦੇ ਪਾਸ ਦੇ ਹੀ ਨਾਮ ਸੀਗੇ ਪੈਥਿਕ ਲਾਰੈਂਸ, A 'ਤੇ ਸੀ AV ਅਲੈਗਜ਼ੈਂਡਰ, S 'ਤੇ ਸੀ ਸਰ ਸਟੈਨਫੋਰਡ ਕ੍ਰਿਪਸ। ਇਹਨਾਂ 3 ਪਰਸਨ ਦਾ ਕੰਮ ਕੀ ਸੀ ਜੀ? ਇੰਡੀਆ ਦੇ ਵਿੱਚ ਆ ਕੇ ਇੰਡੀਅਨ ਲਈ ਸੰਵਿਧਾਨ ਸਭਾ, ਕੌਨਸਟੀਟਿਊਂਟ ਅਸੈਂਬਲੀ ਬਣਾਉਣਾ ਜੀ। ਅਤੇ ਇਹਨਾਂ ਨੇ ਸੰਵਿਧਾਨ ਸਭਾ ਦੇ ਵਿੱਚ 389 ਮੈਂਬਰ ਲੈ ਕੇ ਆਏ ਸੀ ਜੀ। 389 ਮੈਂਬਰ ਇੰਡੀਆ ਦੇ 3 ਪਾਰਟਸ 'ਚੋਂ ਆਏ ਸੀ। ਉਹ ਸਮੇਂ ਦਾ ਇੰਡੀਆ, ਜਦੋਂ ਸਾਡੇ 'ਤੇ ਬ੍ਰਿਟਿਸ਼ ਦਾ ਕੰਟਰੋਲ ਸੀਗਾ ਜੀ। ਇੰਡੀਆ 3 ਭਾਗਾਂ 'ਚ ਡਿਵਾਈਡ ਸੀਗਾ। ਇੱਕ ਪਾਰਟ ਇਹੋ ਜਿਹਾ ਸੀਗਾ ਜਿਹਦੇ ਵਿੱਚ ਬ੍ਰਿਟਿਸ਼ ਇੰਡੀਆ ਦਾ ਜੀ ਡਾਇਰੈਕਟ ਕੰਟਰੋਲ ਸੀ ਸਾਡੇ ਉੱਪਰ, ਅਤੇ ਬ੍ਰਿਟਿਸ਼ ਵਾਲੇ ਸਾਡੇ ਉੱਪਰ ਰੂਲ ਕਰ ਰਹੇ ਸੀਗੇ, ਅਤੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਜੀ? ਬ੍ਰਿਟਿਸ਼ ਇੰਡੀਆ। ਬ੍ਰਿਟਿਸ਼ ਇੰਡੀਆ ਤੋਂ ਸਾਡੇ ਕੋਲ ਕਿੰਨੇ ਮੈਂਬਰ ਆਏ ਜੀ? 292 ਮੈਂਬਰ। ਅਤੇ ਕੁਛ ਏਰੀਆ ਇੰਡੀਆ ਦਾ ਇਹੋ ਜਿਹਾ ਸੀਗਾ ਜੀ ਜਿਹਦੇ ਉੱਪਰ ਰਾਜੇ ਮਹਾਰਾਜਿਆਂ ਦਾ ਡਾਇਰੈਕਟ ਕੰਟਰੋਲ ਸੀਗਾ, ਅਤੇ ਰਾਜੇ ਮਹਾਰਾਜਿਆਂ ਦਾ ਜਿੱਥੇ ਕੰਟਰੋਲ ਸੀ ਉਹਨੂੰ ਅਸੀਂ ਕਹਿੰਦੇ ਹਾਂ ਜੀ ਪ੍ਰਿੰਸਲੀ ਸਟੇਟਸ, ਦੇਸੀ ਰਿਆਸਤਾਂ। ਅਤੇ ਦੇਸੀ ਰਿਆਸਤਾਂ ਤੋਂ ਕਿੰਨੇ ਮੈਂਬਰ ਆਏ ਸੀ ਜੀ? 93 ਮੈਂਬਰ। ਅਤੇ ਇੱਕ ਪਾਰਟ ਇਹੋ ਜਿਹਾ ਸੀਗਾ ਜੀ ਜਿਹਦੇ ਉੱਪਰ ਚੀਫ ਕਮਿਸ਼ਨਰਾਂ ਦਾ ਡਾਇਰੈਕਟ ਕੰਟਰੋਲ ਸੀ ਇੰਡੀਆ ਦੇ ਉਹੋ ਜਿਹੇ ਭਾਗ ਦੇ ਉੱਪਰ, ਅਤੇ ਉਹਨੂੰ ਅਸੀਂ ਕਹਿੰਦੇ ਹਾਂ ਜੀ ਚੀਫ ਕਮਿਸ਼ਨਰੀ ਪ੍ਰਾਂਤ। ਚੀਫ ਕਮਿਸ਼ਨਰੀ ਪ੍ਰਾਂਤਾਂ 'ਚ 4 ਮੈਂਬਰ ਆਏ ਸੀਗੇ। ਇਹ ਜਿਹੜੇ ਸਾਡੇ ਟੋਟਲ 389 ਮੈਂਬਰ ਸੰਵਿਧਾਨ ਸਭਾ ਦੇ ਵਿੱਚ ਚੁਣ ਕੇ ਆਏ ਸੀਗੇ ਜੀ। ਇਹ ਇਕੱਲੇ ਚੁਣੇ ਹੋਏ ਨਹੀਂ ਸੀਗੇ। ਸਾਡੀ ਸੰਵਿਧਾਨ ਸਭਾ ਇਲੈਕਟਡ ਪਲੱਸ ਨੋਮੀਨੇਟਡ ਦੋਵੇਂ ਸੀਗੀ। ਸੰਵਿਧਾਨ ਸਭਾ ਦਾ ਜੇ ਤੁਹਾਨੂੰ ਕੁਐਸਚਨ ਆਵੇ ਕਿ ਸੰਵਿਧਾਨ ਸਭਾ ਕਿਹੋ ਜਿਹੀ ਬੋਡੀ ਹੈ ਜੀ, ਤਾਂ ਇਹ ਸਾਡੀ ਜੀ ਇਲੈਕਟਡ ਪਲੱਸ ਨੋਮੀਨੇਟਡ ਦੋਵੇਂ ਟਾਈਪ ਦੀ ਹੈ ਜੀ। ਇਲੈਕਟਡ ਦਾ ਮਤਲਬ ਸੰਵਿਧਾਨ ਸਭਾ ਦੇ ਕੁਛ ਕੁ ਮੈਂਬਰ ਚੁਣ ਕੇ ਆਏ ਹੋਏ ਨੇ ਜੀ। ਨੋਮੀਨੇਟਡ ਦਾ ਮੀਨਿੰਗ ਜੀ ਕੁਛ ਮੈਂਬਰ ਕੀ ਸੀ ਜੀ? ਨਾਮਜ਼ਦ। ਅਤੇ ਜਿਹੜੇ ਜਿਵੇਂ 93 ਮੈਂਬਰ ਨੇ ਜੀ, ਇਹ ਸਾਡੀ ਕੀ ਸੀ? ਨਾਮਜ਼ਦ ਮੈਂਬਰ ਸੀਗੇ। ਜਿਹੜੇ ਪ੍ਰਿੰਸਲੀ ਸਟੇਟ ਦੇ ਰਾਜੇ ਮਹਾਰਾਜੇ ਸੀਗੇ, ਉਹਨਾਂ ਨੂੰ ਬ੍ਰਿਟਿਸ਼ ਨੇ ਕਹਿਤਾ ਸੀਗਾ ਕਿ ਵੀ ਜਾਂ ਤਾਂ ਤੁਸੀਂ ਖੁਦ ਆ ਸਕਦੇ ਹੋ ਸੰਵਿਧਾਨ ਬਣਾਉਣ ਦੇ ਲਈ, ਜਾਂ ਤੁਸੀਂ ਆਪਣੇ ਕਿਸੇ ਨਾ ਕਿਸੇ ਪਰਸਨ ਨੂੰ ਨੋਮੀਨੇਟ ਕਰਕੇ ਭੇਜ ਸਕਦੇ ਹੋ ਜੀ। 93 ਮੈਂਬਰ ਕਿੱਥੋਂ ਆਏ ਨੇ? ਪ੍ਰਿੰਸਲੀ ਸਟੇਟ ਤੋਂ। ਅਤੇ 4 ਮੈਂਬਰ ਕਿਹਨਾਂ ਨੇ ਭੇਜੇ ਸੀ? ਚੀਫ ਕਮਿਸ਼ਨਰੀ ਪ੍ਰਾਂਤ 'ਚੋਂ ਚੀਫ ਕਮਿਸ਼ਨਰ ਨੇ ਭੇਜੇ ਸੀਗੇ। ਅਤੇ ਜਿੱਥੇ ਬ੍ਰਿਟਿਸ਼ ਦਾ ਜੀ ਡਾਇਰੈਕਟ ਕੰਟਰੋਲ ਸੀ ਜਿਸ ਇੰਡੀਆ ਦੇ ਉੱਪਰ, ਉਹਨੂੰ ਅਸੀਂ ਕਹਿੰਦੇ ਹਾਂ ਬ੍ਰਿਟਿਸ਼ ਇੰਡੀਆ। ਅਤੇ ਉੱਥੋਂ ਜੀ 292 ਮੈਂਬਰ ਜੋ ਆਏ ਸੀ, ਇਹਨਾਂ ਇਹ ਚੁਣਾਵ ਦੇ ਥਰੂ ਆਏ ਸੀ ਜੀ। ਇਹਨਾਂ ਦੀ ਇਲੈਕਸ਼ਨ ਹੋਈਆਂ ਸੀਗੀਆਂ। ਯਾਦ ਰੱਖੋਗੇ ਜੀ 292 ਮੈਂਬਰ ਕਿੱਥੋਂ ਆਏ ਨੇ? ਬ੍ਰਿਟਿਸ਼ ਇੰਡੀਆ ਤੋਂ। 92 'ਚ 1 ਪਲੱਸ ਕਰ ਦਿਓ ਜੀ, 93 ਆਏ ਨੇ ਦੇਸੀ ਰਿਆਸਤਾਂ ਤੋਂ, ਅਤੇ 4 ਆਏ ਨੇ ਸਾਡੇ ਚੀਫ ਕਮਿਸ਼ਨਰੀ ਪ੍ਰਾਂਤ 'ਚੋਂ। ਅਤੇ ਇਹ ਟੋਟਲ ਮੈਂਬਰ ਬਣਦੇ ਨੇ ਜੀ 389। ਅਤੇ ਕਦੋਂ ਚੁਣੇ ਗਏ ਨੇ ਜੀ? ਇਹ ਆਏ ਨੇ ਜੀ 16 ਮਈ 1946 ਨੂੰ ਸਾਡੇ ਕੈਬਨਿਟ ਮਿਸ਼ਨ ਪਲਾਨ ਆਇਆ, ਅਤੇ ਉਹਨਾਂ ਨੇ ਆ ਕੇ ਜੀ ਇਹ 389 ਮੈਂਬਰ ਨਾਮਜ਼ਦ ਪਲੱਸ ਇਲੈਕਟਡ ਕੀਤੇ ਸੀਗੇ ਜੀ। ਅਤੇ ਲਗਭਗ ਜੀ ਇਹ 1946 ਦੇ ਵਿੱਚ ਚੁਣ ਕੇ ਤਿਆਰ ਹੋ ਗਈ ਸੀ ਸਾਡੀ ਸੰਵਿਧਾਨ ਸਭਾ ਜੀ। ਹੁਣ ਆਪਾਂ ਨੂੰ ਕੁਐਸਚਨ ਤੇ ਪੁੱਛ ਲੈਂਦੇ ਹੁੰਦੇ ਨੇ ਜੀ, ਜਿਹੜੇ 292 ਮੈਂਬਰ ਨੇ ਇਹ ਕਿੱਥੋਂ ਵੀ ਜਿੱਤ ਕੇ ਆਏ ਸੀਗੇ, ਅਤੇ 93 ਮੈਂਬਰ ਦੇਸੀ ਰਿਆਸਤਾਂ ਤੋਂ ਆਏ ਸੀ। 4 ਮੈਂਬਰਾਂ ਦੇ ਵੀ ਕੁਐਸਚਨ ਪੁੱਛ ਲੈਂਦੇ, 4 ਮੈਂਬਰ ਕਿਹੜੇ ਇਲਾਕੇ ਤੋਂ ਆਏ ਨੇ ਜੀ। ਇਹਨਾਂ ਦੀ ਆਪਾਂ ਨੈਕਸਟ ਸਲਾਈਡ 'ਤੇ ਵੇਖਦੇ ਹਾਂ ਜੀ। ਹਾਂਜੀ, ਜਿਹੜੇ ਸਾਡੇ ਚੀਫ ਕਮਿਸ਼ਨਰੀ ਪ੍ਰੋਵਿੰਸ ਸੀਗੇ, ਚੀਫ ਕਮਿਸ਼ਨਰੀ ਪ੍ਰਾਂਤ ਨੇਗੇ, ਅਤੇ ਇੱਥੋਂ ਇਹ ਕਿੱਥੋਂ ਆਏ ਸੀਗੇ ਜੀ? ਇਹ ਲਗਾਤਾਰ ਤੁਸੀਂ ਸੀਕੁਐਂਸ ਯਾਦ ਕਰ ਲਿਓ ਜੀ। ABCD। A ਮਤਲਬ ਜੀ ਅਜਮੇਰ ਤੋਂ ਆਏ ਸੀ ਜੀ। B ਮਤਲਬ ਬਲੋਚਿਸਤਾਨ ਤੋਂ ਆਇਆ ਸੀ 1 ਮੈਂਬਰ। C ਮਤਲਬ ਕੁਰਗ ਤੋਂ ਆਇਆ ਸੀ ਜੀ। ਅਤੇ D ਮਤਲਬ ਜੀ ਦਿੱਲੀ ਤੋਂ ਆਏ ਸੀਗੇ।
ਤੇ ਚੀਫ ਕਮਿਸ਼ਨਰੀ ਪ੍ਰੋਵਿੰਸ ਦੇ ਵਿੱਚ ਜੋ 4 ਮੈਂਬਰ ਆਏ ਸੀ ਜੀ, ਕਿੱਥੋਂ ਆਏ ਸੀ? ਏ ਅਜਮੇਰ, ਬੀ ਬਲੋਚਿਸਤਾਨ, ਸੀ ਕੁਰਗ ਤੇ ਡੀ ਦਿੱਲੀ। ठीक है जी, ए बी सी डी सीक्वेंस याद रखनी है। एक बार मेरे नाल बोलो, ए अजमेर, बी बलोचिस्तान, सी कुर्ग ते डी दिल्ली जी। इत्थों चीफ कमिश्नरी प्रोविंस तो 4 मैंबर आए थे, इन्हां एरिए तो आए सी जी। हाँ जी, हाँ जी, जो साढ़े 292 मैंबर इलैक्शन थ्रू आए सी जी, तो उन्होंने इलैक्शन मैथड की सीगा जी? सिंगल ट्रांसफर वोट सिस्टम। इन्हों का इलैक्शन मैथड सीगा जी एकल ट्रांसफर वोट सिस्टम भी कह देंगे ने इनू। तो जिहड़े इलैक्टेड मैंबर ने जी किन्ने सी जी? टोटल 292 मैंबर सी, 292 मैंबर। ये विचों जी 208 मैंबर INC भारतीय राष्ट्रीय कांग्रेस चो जित के आए सी जी। 73 मैंबर कितों जित के आए सी जी? मुस्लिम लीग चों। ते 11 जी इंडिपेंडेंट मैंबर जिते हुए सीगे जी। तो टोटल साढ़े बनते हैं 292 मैंबर, जी चो 208 मैंबर कितों आए सी जी? INC इंडियन नैशनल कांग्रेस चों। 73 मैंबर मुस्लिम लीग चों ते 11 इंडिपेंडेंट मैंबर सी जी। आज़ाद उम्मीदवार जित के आए सी। ते ये तीनों मिला के जी साढ़े 292 मैंबर टोटल इलैक्टेड मैंबर सी जी। हाँ जी, साडी जिहड़ी कॉन्स्टिट्यूंट असैंबली सी, इहदे विच 1946 दे विच जिहड़ा कैबिनेट मिशन प्लान आया सी जी, उन्होंने किन्ने मैंबर इलैक्ट कीते सी जी? 399 मैंबर। ते इन्हां 399 मैंबर दे विच 15 औरतां सी जी। ते बाद दे विच 1946 तो बाद च अपना की आऊगा जी? 46 दे विच ही 3 जून प्लान आउंदा जी। ये कदों आया सी जी? इहनूं की कहने आपां? माउंटबेटन प्लान। ते इहनूं 3 जून प्लान भी कहंदे नेगे। ये 3 जून 1947 ਨੂੰ आई सी जी माउंटबेटन योजना। ते माउंटबेटन उस समय के साडे वाइसराय सी जी। ते उन्होंने मुस्लिम ते इंडियन दोवां नूं जी एक ऑप्शन देती सीगी। उन्होंने मुस्लिम परसन नूं कहता सी कि जे तुसीं चाहो तो भारत दे विच रह के तां एक ही संविधान बना सकते हो, अगर तुसीं चाहो तो भारत तो अलग हो के जी अपना डिफरेंट संविधान बना सकते होगे। तो उन्होंने माउंटबेटन प्लान आया कदों जी? 3 जून 1947 ਨੂੰ। ਤੇ ਇਹਨੂੰ ਆਪਾਂ किस एक्ट के अंडर आया सी जी? इंडियन फ्रीडम एक्ट के अंडर आया सी। ਇਹਨੂੰ ਅਸੀਂ ਮਾਊਂਟਬੇਟਨ योजना ਜਾਂ ਮਾਊਂਟਬੇਟਨ प्लान कहने ਆ। ਤੇ ਇਹਦੇ ਵਿੱਚ ਜੀ ਇੱਕ ਆਪਸ਼ਨ ਮਿਲੀ ਸੀਗੀ ਮੁਸਲਿਮ ਲੋਕਾਂ ਨੂੰ। ਉਹਨਾਂ ਨੂੰ ਕਿਹਾ ਗਿਆ ਸੀ ਕਿ ਜੇ ਤੁਸੀਂ ਚਾਹੋ ਤਾਂ ਹਿੰਦੁਸਤਾਨ ਦੇ ਨਾਲ ਰਹਿ ਸਕਦੇ ਹੋਗੇ। ਤੇ 399 ਮੈਂਬਰ ਸੀਗੇ ਜੀ ਜਿਹੜੇ ਇਹਦੇ ਵਿੱਚ ਹਿੰਦੂ ਪਲੱਸ ਮੁਸਲਿਮ ਸਿੱਖ ਸਾਰੇ ਟਾਈਪ ਦੇ ਮੈਂਬਰ ਸੀ ਜੀ। ਤੇ ਜੇ ਤੁਸੀਂ ਚਾਹੋ ਤਾਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਅਲੱਗ ਤੋਂ ਸੰਵਿਧਾਨ ਬਣਾ ਸਕਦੇ ਹੋਗੇ ਮੁਸਲਿਮ ਕੰਟਰੀ ਦਾ। ਤਾਂ ਉਹਨਾਂ ਮੈਂਬਰਾਂ ਨੇ ਕਿਹਾ ਸੀ ਜੀ ਕਿ ਅਸੀਂ ਵੀ ਸਾਨੂੰ ਅਲੱਗ ਤੋਂ ਦੇਸ਼ ਚਾਹੀਦਾ, ਅਲੱਗ ਤੋਂ ਕੰਟਰੀ ਚਾਹੀਦੀ ਹੈਗੀ। ਤਾਂ ਮਾਊਂਟਬੇਟਨ ਯੋਜਨਾ ਦੇ ਥਰੂ ਉਹ ਮੈਂਬਰ ਸਾਡੇ ਤੋਂ ਮੁਸਲਿਮ ਅਲੱਗ ਹੋ ਗਏ ਸੀਗੇ। ਤਾਂ ਉਸ ਤੋਂ ਬਾਅਦ 'ਚ ਜੀ ਸਾਡੀ ਜਿਹੜੀ ਵੰਡ ਹੋਈ ਹੈਗੀ ਭਾਰਤ ਦੀ, ਉਹ ਕਦੋਂ ਹੋਈ ਹੈ ਜੀ? 15 ਅਗਸਤ 1947। ਤੇ ਇੰਡੀਅਨ ਲੋਕ ਆਪਣਾ ਆਜ਼ਾਦੀ ਦਿਹਾੜਾ ਕਦੋਂ ਮਨਾਉਂਦੇ ਨੇ ਜੀ? 15 ਅਗਸਤ 1947 ਨੂੰ। अगर आप पाकिस्तान की गल करिए तो वह मना रहे हैं जी 14 अगस्त 1947 ਨੂੰ। ਤੇ 15 ਅਗਸਤ 1947 ਨੂੰ ਜਦੋਂ ਸਾਡਾ ਬਟਵਾਰਾ ਹੁੰਦਾ ਜੀ, ਦੇਸ਼ ਦੀ ਵੰਡ ਹੁੰਦੀ ਆ, ਉਸ ਤੋਂ ਪਹਿਲਾਂ ਜਿਹੜੇ ਸਾਡੇ ਸੰਵਿਧਾਨ ਸਭਾ ਦੇ ਮੈਂਬਰ ਸੀ ਜੀ ਉਹ ਵੀ ਵੰਡੇ ਜਾਂਦੇ ਨੇਗੇ। 1946 ਚ ਟੋਟਲ ਮੈਂਬਰ ਕਿੰਨੇ ਸੀ ਸੰਵਿਧਾਨ ਸਭਾ ਦੇ? 389 ਮੈਂਬਰ ਸੀ, ਜਿਹਦੇ ਵਿੱਚ 15 ਔਰਤਾਂ ਸ਼ਾਮਲ ਸੀਗੀਆਂ। ਤੇ ਉਸ ਤੋਂ ਬਾਅਦ ਜੀ 47 ਵਿੱਚ ਸਾਡੇ ਹਿੰਦੂ ਰਾਸ਼ਟਰ ਕੋਲੇ ਸਿਰਫ 299 ਮੈਂਬਰ ਰਹਿ ਗਏ ਜਾਂਦੇ ਨੇ ਜੀ, ਜਿਹੜੇ ਹਿੰਦੂ ਰਾਸ਼ਟਰ ਦਾ ਮਤਲਬ ਸਾਡੇ ਭਾਰਤ ਦਾ ਸੰਵਿਧਾਨ ਤਿਆਰ ਕਰਨਗੇ। ਤੇ ਇਹਦੇ ਵਿੱਚ 15 ਔਰਤਾਂ ਚੋਂ ਕਿੰਨੀਆਂ ਔਰਤਾਂ ਰਹਿ ਗਈਆਂ ਜੀ? 9 ਔਰਤਾਂ। 6 ਔਰਤਾਂ ਸੀਗੀਆਂ ਜੀ 15 ਤੋਂ, ਜਿਹੜੀਆਂ 6 ਔਰਤਾਂ ਨੇ ਉਹ ਕਿੱਧਰ ਚਲੀਆਂ ਜਾਂਦੀਆਂ ਨੇ ਜੀ? ਮੁਸਲਿਮ ਸੰਵਿਧਾਨ ਬਣਾਉਣਗੇ ਜੀ ਉਹ ਪਾਕਿਸਤਾਨ ਦੇ ਲਈ। ਮਤਲਬ 389 ਚੋਂ ਜੀ 299 ਮੈਂਬਰ ਸਾਡੇ ਕੋਲ ਰਹਿ ਜਾਂਦੇ ਨੇ। ਤੇ 90 ਮੈਂਬਰ ਜੀ ਜਿਹੜੇ ਕੈਬਨਿਟ ਮਿਸ਼ਨ ਪਲਾਨ ਨੇ ਚੁਣ ਕੇ ਭੇਜੇ ਸੀ ਉਹ ਕਿੱਧਰ ਚਲੇ ਜਾਂਦੇ ਨੇ ਜੀ? ਪਾਕਿਸਤਾਨ ਦੇ ਵਿੱਚ। ਤੇ ਉਹ ਆਪਣਾ ਪਾਕਿਸਤਾਨ ਦੇ ਲਈ ਮਤਲਬ ਮੁਸਲਿਮ ਡਿਫਰੈਂਟ ਸੰਵਿਧਾਨ ਤਿਆਰ ਕਰਨਗੇ ਜੀ। ਤੇ ਕਿਸ ਯੋਜਨਾ ਦੇ ਅੰਦਰ ਜੀ ਇਹ ਚਲੇ ਜਾਂਦੇ ਨੇ? ਪਹਿਲਾਂ ਸਾਡੇ ਕੋਲ 1946 ਚ 399 ਮੈਂਬਰ ਸੀ, 47 ਚ 299 ਮੈਂਬਰ ਰਹਿ ਜਾਂਦੇ ਨੇ। ਤੇ ਜੇ ਸਾਨੂੰ ਜੀ ਯੋਜਨਾ ਪੁੱਛ ਲੈਣ ਤਾਂ ਅਸੀਂ ਬੋਲਾਂਗੇ ਜੀ ਮਾਊਂਟਬੇਟਨ ਯੋਜਨਾ, ਮਾਊਂਟਬੇਟਨ ਪਲਾਨ। ਇਹਨੂੰ ਜੀ 3 ਜੂਨ ਪਲਾਨ ਵੀ ਕਹਿੰਦੇ ਨੇਗੇ। ਤੇ ਇਹ ਉਸ ਸਮੇਂ ਦੇ ਸਾਡੇ ਵਾਇਸਰਾਏ ਸੀ ਜੀ ਮਾਊਂਟਬੇਟਨ, ਉਹਨਾਂ ਦੀ ਇਹ ਯੋਜਨਾ ਸੀ। ਉਹਨਾਂ ਨੇ ਸਾਡਾ ਇੰਡੀਅਨ ਫਰੀडम एक्ट के अंडर
ਵੀ ਸਾਨੂੰ ਇੱਕ ਆਪਸ਼ਨ ਦਿੱਤੀ ਸੀਗੀ ਜੀ ਮੁਸਲਿਮ ਲੋਕਾਂ ਨੂੰ। ਹੁਣ ਜਿਹੜਾ ਸਾਡਾ ਭਾਰਤੀ ਸੰਵਿਧਾਨ ਹੈ ਜੀ ਉਹ ਕੌਣ ਤਿਆਰ ਕਰਨਗੇ ਜੀ? ਉਹ 299 ਮੈਂਬਰ ਤਿਆਰ ਕਰਨਗੇ, ਕਿਉਂਕਿ ਸਾਡੇ ਕੋਲ 47 ਚ ਸਿਰਫ 299 ਮੈਂਬਰ ਹੀ ਬਚਦੇ ਨੇ ਜੀ ਇੰਡੀਆ ਕੋਲ। ਹਾਂਜੀ, ਅੱਗੇ ਸਾਨੂੰ ਕੁਐਸਚਨ ਪੁੱਛ ਸਕਦੇ ਨੇ ਜੀ, ਜਿਹੜੇ ਉਸ ਸਮੇਂ ਦੇ ਬਹੁਤ ਵੱਡੇ ਦੋ ਨਾਮ ਸੀ ਜੀ, ਮਹਾਤਮਾ ਗਾਂਧੀ ਜੀ ਤੇ ਮੁਹੰਮਦ ਅਲੀ ਜਿਨਾਹ। ਮਹਾਤਮਾ ਗਾਂਧੀ ਜੀ ਇੰਡੀਆ ਵੱਲੋਂ ਸੀਗੇ ਜੀ, ਹਿੰਦੂਆਂ ਦੇ ਨਾਲ ਸੰਬੰਧ ਰੱਖਦੇ ਸੀ, ਤੇ ਮੁਹੰਮਦ ਅਲੀ ਜਿਨਾਹ ਜੀ ਮੁਸਲਿਮ ਨਾਲ ਸੰਬੰਧਿਤ ਸੀ, ਕਿਉਂਕਿ ਇਹ ਮੁਸਲਿਮ ਪਾਰਟੀ ਨੂੰ ਬਿਲੋਂਗ ਕਰਦੇ ਸੀ, ਮੁਸਲਿਮ ਲੀਗ ਨੂੰ। ਤੇ ਇਹ ਦੋਵੇਂ ਹੀ ਮੈਂਬਰ ਮਹਾਤਮਾ ਗਾਂਧੀ ਜੀ ਤੇ ਮੁਹੰਮਦ ਅਲੀ ਜਿਨਾਹ ਜੀ ਤੇ ਦੋਵੇਂ ਹੀ ਕੌਂਸਟੀਟਿਊਂਟ ਅਸੈਂਬਲੀ ਯਾਨੀ ਕਿ ਸੰਵਿਧਾਨ ਸਭਾ ਦਾ ਹਿੱਸਾ ਨਹੀਂ ਸੀਗੇ ਜੀ। ਜਿਹੜੇ ਸੰਵਿਧਾਨ ਸਭਾ ਦੇ ਵਿੱਚ 389 ਮੈਂਬਰ ਆਏ ਸੀ ਜੀ, ਉਹਨਾਂ ਦੇ ਵਿੱਚ ਨਾ ਹੀ ਤਾਂ ਮਹਾਤਮਾ ਗਾਂਧੀ ਜੀ ਸ਼ਾਮਿਲ ਸੀ ਤੇ ਨਾ ਹੀ ਮੁਹੰਮਦ ਅਲੀ ਜਿਨਾਹ ਜੀ ਸ਼ਾਮਿਲ ਸੀਗੇ। ਮੁਹੰਮਦ ਅਲੀ ਜਿਨਾਹ ਜੀ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਸੀ ਜੀ? ਮੁਸਲਿਮ ਲੀਗ ਪਾਰਟੀ ਨੂੰ ਬਿਲੋਂਗ ਕਰਦੇ ਸੀ। ਇਹ ਦੋਵੇਂ ਹੀ ਵੱਡੇ ਚਿਹਰੇ ਸੀ ਜਿਹੜੇ ਮਹਾਤਮਾ ਗਾਂਧੀ ਜੀ ਤੇ ਮੁਹੰਮਦ ਅਲੀ ਜਿਨਾਹ ਜੀ, ਇਹ ਆਪਣੀ ਅਸੈਂਬਲੀ ਦੇ ਵਿੱਚ ਸ਼ਾਮਿਲ ਨਹੀਂ ਸਨ। ਤੇ ਜਿਹੜੀ ਸਾਡੀ ਸੰਵਿਧਾਨ ਸਭਾ ਸੀ ਜੀ 1946 ਦੇ ਵਿੱਚ ਸੰਵਿਧਾਨ ਸਭਾ ਬਣ ਕੇ ਤਿਆਰ ਹੋ ਗਈ ਸੀ, ਰੈਡੀ ਹੋ ਗਈ ਸੀ ਜੀ, ਪਰ ਇਹਨੇ ਕੰਮ ਕਦੋਂ ਸਟਾਰਟ ਕੀਤਾ ਸੀ? ਦਸੰਬਰ 1946 ਦੇ ਵਿੱਚ। ਤੇ ਸਾਡਾ ਸੰਵਿਧਾਨ ਕਦੋਂ ਬਣ ਕੇ ਤਿਆਰ ਹੋਇਆ ਸੀ ਜੀ? 1949 ਦੇ ਵਿੱਚ। ਤੇ 1950 ਦੇ ਵਿੱਚ ਲਾਗੂ ਹੁੰਦਾ। 46 ਤੋਂ ਲੈ ਕੇ 1950 ਤੱਕ ਲਾਗੂ ਹੋਣ ਤੱਕ, 46 ਤੋਂ 50 ਕਹਿ ਲਓ ਜੀ, ਜਾਂ ਆਪਾਂ ਕਹਿ ਸਕਦੇ ਹਾਂ 1947 ਤੋਂ ਲੈ ਕੇ 1950 ਤੱਕ ਸਾਡੀ ਕੋਈ ਸਰਕਾਰ ਨਹੀਂ ਸੀਗੀ। ਤੇ ਕਿਉਂਕਿ ਉਸ ਸਮੇਂ ਸਰਕਾਰ ਚਲਾਉਣ ਦਾ ਕੰਮ ਕੌਣ ਕਰ ਰਹੀ ਸੀ? ਇਹੀ ਸੰਵਿਧਾਨ ਸਭਾ ਦੇ ਮੈਂਬਰ ਕਰ ਰਹੇ ਸੀ ਜੀ। ਸੰਵਿਧਾਨ ਸਭਾ ਦੇ ਮੈਂਬਰ ਜੋ 389 1946 ਚ ਚੁਣ ਕੇ ਆਏ ਸੀ ਜੀ। ਬਾਅਦ ਚ ਸਾਡੇ ਕੋਲ 1947 ਚ ਕਿੰਨੇ ਬਚੇ ਨੇ? 299 ਮੈਂਬਰ ਜੀ, 299 ਮੈਂਬਰ ਜਿਹੜੇ ਸਾਡੇ ਕੋਲ 1947 ਵਿੱਚ ਰਹਿ ਜਾਂਦੇ ਨੇ ਜੀ। ਤੇ ਇਹੀ ਮੈਂਬਰ ਕਿਹਦਾ ਕੰਮ ਕਰਨਗੇ ਜੀ? ਸੰਵਿਧਾਨ ਬਣਾਉਣ ਦਾ ਕੰਮ ਕਰਨਗੇ। ਤੇ ਇਹੀ ਮੈਂਬਰ 1947 ਤੋਂ ਲੈ ਕੇ ਜੀ 1950 ਤੱਕ ਇੱਕ ਸਰਕਾਰ ਦੇ ਤੌਰ ਤੇ ਵੀ ਕੰਮ ਕਰਨਗੇ। ਜਦੋਂ ਦਾ ਇਹ ਜੀ ਸਰਕਾਰ ਦੇ ਤੌਰ ਤੇ ਕੰਮ ਕਰਨਗੇ ਤਾਂ ਉਦੋਂ ਅਸੀਂ ਇਹਨੂੰ ਕੀ ਕਹਿੰਦੇ ਆ ਜੀ? ਅਸਥਾਈ ਸੰਸਦ। ਤੇ ਉਦੋਂ ਜੀ ਸੰਵਿਧਾਨ ਸਭਾ ਦੀ ਅਸਥਾਈ ਸੰਸਦ ਦੇ ਤੌਰ ਤੇ ਕੰਮ ਕਰਨਗੇ, ਯਾਨੀ ਕਿ ਸਰਕਾਰ ਦੇ ਤੌਰ ਤੇ ਜਦੋਂ ਇਹ ਕੰਮ ਕਰਨਗੇ ਉਸ ਸਮੇਂ ਇਹਦੀ ਪ੍ਰਧਾਨਗੀ ਕਰਨਗੇ ਜੀ ਜੀ.ਵੀ. ਮਾਵਲੰਕਰ। ਤੇ ਜਦੋਂ ਇਹੀ ਸੰਵਿਧਾਨ ਸਭਾ ਦੇ ਤੌਰ ਤੇ ਕੰਮ ਕਰਨਗੇ ਜੀ, ਉਸ ਸਮੇਂ ਸੰਵਿਧਾਨ ਸਭਾ ਦੀ ਪ੍ਰਧਾਨਗੀ ਕੌਣ ਕਰਨਗੇ ਜੀ? ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ ਜੀ। ਜਿਹੜੀ ਸਾਡੀ ਸੰਵਿਧਾਨ ਸਭਾ ਸੀਗੀ ਚੁਣ ਕੇ ਆਈ ਸੀ 389 ਮੈਂਬਰ 1946 ਦੇ ਵਿੱਚ। ਬਾਅਦ ਦੇ ਵਿੱਚ ਸਾਡੇ ਕੋਲੇ 299 ਮੈਂਬਰ ਰਹਿ ਜਾਂਦੇ ਨੇ ਜੀ 1947 ਦੇ ਵਿੱਚ। ਤੇ ਇਹ ਮੈਂਬਰ ਜੀ ਦੋ ਟਾਈਪ ਦਾ ਕੰਮ ਕਰਦੇ ਨੇਗੇ, ਕਿਉਂਕਿ ਇਹਨਾਂ ਮੈਂਬਰ ਦਾ ਕੰਮ ਕੀ ਸੀ? ਸਾਡੇ ਲਈ ਸੰਵਿਧਾਨ ਤਿਆਰ ਕਰਨਾ ਜੀ। ਤੇ ਜਦੋਂ ਤਾਂ ਜੀ ਇਹ ਸੰਵਿਧਾਨ ਸਭਾ ਗੀ ਜਿਹੜੀ, ਜਦੋਂ ਇਹ ਸੰਵਿਧਾਨ ਤਿਆਰ ਕਰਨ ਦਾ ਕੰਮ ਕਰਨਗੇ, ਸੰਵਿਧਾਨ ਬਣਾਉਣ ਦਾ ਕੰਮ ਕਰਨਗੇ, ਉਸ ਸਮੇਂ ਇਹਦੀ ਪ੍ਰਧਾਨਗੀ ਕੌਣ ਕਰਨਗੇ ਜੀ? ਡਾਕਟਰ ਰਾਜਿੰਦਰ ਪ੍ਰਸਾਦ। ਜਦੋਂ ਇਹੀ ਸੰਵਿਧਾਨ ਸਭਾ ਸਰਕਾਰ ਦੇ ਤੌਰ ਤੇ ਕੰਮ ਕਰੂਗੀ ਜੀ ਤਾਂ ਅਸੀਂ ਇਹਨੂੰ ਕੀ ਕਹਿੰਦੇ? ਅਸਥਾਈ ਸੰਸਦ ਕਹਿੰਦੇ ਜੀ। ਉਸ ਸਮੇਂ ਦੀ ਟੈਂਪਰੇਰੀ ਪਾਰਲੀਮੈਂਟ ਬੋਲਾਂਗੇ। ਜਦੋਂ ਇਹ ਅਸਥਾਈ ਸੰਸਦ ਦੇ ਤੌਰ ਤੇ ਕੰਮ ਕਰਨਗੇ, ਯਾਨੀ ਕਿ ਸਰਕਾਰ ਚਲਾਉਣ ਦੇ ਤੌਰ ਤੇ ਕੰਮ ਕਰਨਗੇ, ਉਦੋਂ ਇਹਦੀ ਪ੍ਰਧਾਨਗੀ ਕਰਨਗੇ ਜੀ ਜੀ.ਵੀ. ਮਾਵਲੰਕਰ। ਜਦੋਂ ਸੰਵਿਧਾਨ ਸਭਾ ਸੰਵਿਧਾਨ ਦੇ ਤੌਰ ਤੇ ਕੰਮ ਕਰੂਗੀ ਜੀ, ਉਦੋਂ ਇਹਦੀ ਪ੍ਰਧਾਨਗੀ ਕਰਨਗੇ ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ ਜੀ। ਇਹ ਚੀਜ਼ ਧਿਆਨ 'ਚ ਰੱਖਣੀ ਆ ਵੀ ਸੰਵਿਧਾਨ ਸਭਾ ਦੇ ਮੈਂਬਰ ਕੌਣ ਨਹੀਂ ਸਨ? ਮੁਹੰਮਦ ਅਲੀ ਜਿਨਾਹ ਜੀ ਪਲੱਸ ਮਹਾਤਮਾ ਗਾਂਧੀ ਜੀ ਸਾਡੀ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਸੀਗੇ। ਜਦੋਂ ਇਹ ਸੰਵਿਧਾਨ ਸਭਾ ਸਰਕਾਰ ਦੇ ਤੌਰ ਤੇ ਕੰਮ ਕਰਦੀ ਹੈ ਜੀ, ਉਸ ਸਮੇਂ ਪ੍ਰਧਾਨਗੀ ਕੌਣ ਕਰ ਰਹੇ ਨੇ? ਜੀ.ਵੀ. ਮਾਵਲੰਕਰ। ਤੇ ਜਦੋਂ ਇਹ ਸੰਵਿਧਾਨ ਸਭਾ ਜੀ ਸੰਵਿਧਾਨ ਬਣਾਉਣ ਦੇ ਤੌਰ ਤੇ ਕੰਮ ਕਰਦੀ ਹੈ ਜੀ, ਉਦੋਂ ਸਾਡੀ ਪ੍ਰਧਾਨਗੀ ਕੌਣ ਕਰ ਰਹੇ ਨੇ? ਡਾਕਟਰ ਰਾਜਿੰਦਰ ਪ੍ਰਸਾਦ ਜੀ। ਹਾਂਜੀ, ਸਾਡੀ ਸੰਵਿਧਾਨ ਸਭਾ ਦੀਆਂ ਮੀਟਿੰਗਾਂ ਕਰਦੇ ਹਾਂ ਆਪਾਂ। ਸੰਵਿਧਾਨ ਸਭਾ ਦੀ ਜਿਹੜੀ ਫਸਟ ਮੀਟਿੰਗ ਹੈ ਜੀ ਉਹ ਕਦੋਂ ਹੋਈ ਸੀ? ਸੰਵਿਧਾਨ ਸਭਾ ਦੀ ਫਸਟ ਮੀਟਿੰਗ 9 ਦਸੰਬਰ 1946 ਨੂੰ ਹੋਈ ਹੈ ਜੀ ਫਸਟ ਮੀਟਿੰਗ। ਤੇ ਫਸਟ ਮੀਟਿੰਗ ਦੇ ਵਿੱਚ ਅਸੀਂ ਨੇ ਦੇਖੋ ਜੀ ਕਿੰਨੇ ਮੈਂਬਰ ਜਾ ਰਹੇ ਨੇ 9 ਦਸੰਬਰ 1946 ਨੂੰ। ਕਿੰਨੇ ਟੋਟਲ ਮੈਂਬਰ ਕਿੰਨੇ ਸੀ ਜੀ? 389 ਮੈਂਬਰ ਸੀਗੇ ਜੀ। ਪਰ ਪਹਿਲੀ ਮੀਟਿੰਗ ਦੇ ਵਿੱਚ ਜੀ ਸਿਰਫ 211 ਮੈਂਬਰ ਸ਼ਾਮਲ ਹੋਣਦੇ ਨੇ ਜੀ। ਫਸਟ ਮੀਟਿੰਗ 'ਚ ਕਿੰਨੇ ਮੈਂਬਰ ਸ਼ਾਮਲ ਹੋਣਗੇ ਜੀ? 211 ਮੈਂਬਰ ਸ਼ਾਮਲ ਹੁੰਦੇ ਨੇ। ਤੇ ਪਹਿਲੀ ਮੀਟਿੰਗ ਦੇ ਵਿੱਚ ਜੀ ਜਿਹੜੀ ਸਾਡੇ ਮੁਸਲਿਮ ਲੀਗ ਨੇ ਜੀ ਉਹ ਬਾਈਕਾਟ ਕਰ ਦੇਣਗੇ। ਤੇ ਫਸਟ ਮੀਟਿੰਗ ਜਦੋਂ 211 ਮੈਂਬਰ ਚਲੇ ਜਾਂਦੇ ਨੇ ਜੀ, ਤਾਂ ਹੁਣ ਮੈਂਬਰ ਇਕੱਠੇ ਹੋ ਕੇ ਚਲੇ ਗਏ ਜੀ। ਤੇ ਉਹਨਾਂ ਨੂੰ
ਕੰਮ ਸਟਾਰਟ ਕਰਨ ਤੋਂ ਪਹਿਲਾਂ ਕੋਈ ਇੱਕ ਮੁੱਦਾ ਹੁੰਦਾ ਗਾ ਜੀ, ਕੋਈ ਇੱਕ ਮੈਂਬਰ ਉਹਨਾਂ ਨੂੰ ਦੱਸ ਰਿਹਾ ਹੁੰਦਾ ਗਾ ਕਿ ਵੀ ਅੱਜ ਅਸੀਂ ਇਸ ਦੇ ਉੱਪਰ ਗੱਲ ਕਰਾਂਗੇ। ਤਾਂ ਹੁਣ 211 ਮੈਂਬਰਾਂ ਦੇ ਵਿੱਚੋਂ ਜੀ ਇੱਕ ਸਾਡਾ ਪ੍ਰਧਾਨ ਹੋਣਾ ਵੀ ਜ਼ਰੂਰੀ ਆ, ਪ੍ਰੈਜ਼ੀਡੈਂਟ ਹੋਣੇ ਵੀ, ਤੇ ਫਸਟ ਮੀਟਿੰਗ ਦੇ ਵਿੱਚ ਵੀ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗੇ ਜੀ। ਤਾਂ ਹੁਣ ਇੰਡੀਆ ਗਾ ਜੀ, ਇੰਡੀਆ ਦੇ ਵਿੱਚ ਤਾਂ ਵੈਸੇ ਵੀ ਆਪਾਂ ਜੇ ਦੇਖਦੇ ਹਾਂ ਜੀ ਪ੍ਰਧਾਨਗੀ ਪਿੱਛੇ ਲੜਾਈਆਂ ਹੁੰਦੀਆਂ ਨੇਗੀਆਂ, ਤੇ ਜਦੋਂ ਹੁਣ 211 ਮੈਂਬਰ ਉੱਥੇ ਚਲੇ ਗਏ ਜੀ, ਤਾਂ ਇੱਥੇ ਵੀ ਫਸਟ ਟਾਈਮ ਕੀ ਹੋਊਗਾ ਜੀ, ਪ੍ਰੈਜ਼ੀਡੈਂਟ ਚੁਣਨਾ ਇੰਡੀਅਨ ਲੋਕਾਂ ਲਈ ਬਹੁਤ ਔਖਾ ਕੰਮ ਆ ਜੀ, ਮਤਲਬ ਡਿਫੀਕਲਟ ਟਾਸਕ ਆ ਗਿਆ। ਇਸ ਕਰਕੇ ਜੀ ਪਹਿਲੇ ਦਿਨ ਇਹ ਜੀ ਇੱਕ ਫਰੈਂਚ ਫਾਰਮੂਲਾ ਅਪਣਾਉਣਗੇ ਜੀ। ਫਰੈਂਚ ਦੇ ਵਿੱਚ ਕੀ ਕਰਦੇ ਸੀ ਜੀ, ਫਰਾਂਸ ਦੇ ਲੋਕ ਜਿਹੜਾ ਫਾਰਮੂਲਾ ਅਪਣਾਉਣਗੇ ਜੀ, ਫਰੈਂਚ ਫਾਰਮੂਲਾ। ਜਿਹੜੇ ਫਰਾਂਸ ਦੇ ਲੋਕ ਨੇ ਜੀ, ਉਹ ਉਹਨਾਂ ਦਾ ਇੱਕ ਜੀ ਕਨਸੈਪਟ ਹੁੰਦਾ ਜਾਂ ਆਈਡੀਆ ਕਹਿ ਸਕਦੇ ਆਂਗੇ ਕਿ ਉਹਨਾਂ ਦੀ ਪ੍ਰਧਾਨਗੀ ਕੌਣ ਕਰਦੇ ਹੁੰਦੇ, ਜਿਹੜੇ ਸਭ ਤੋਂ ਵਡੇਰੀ ਉਮਰ ਦੇ ਆਦਮੀ ਹੁੰਦੇ ਨੇਗੇ। ਤਾਂ ਪਹਿਲੇ ਦਿਨ ਜੀ ਸਾਡੇ ਵੀ 211 ਮੈਂਬਰਾਂ ਦੇ ਵਿੱਚੋਂ ਅਸੀਂ ਟੈਂਪਰੇਰੀ ਪ੍ਰੈਜ਼ੀਡੈਂਟ ਚੁਣਾਂਗੇ ਜੀ, ਜਿਹਨੂੰ ਅਸੀਂ ਫਸਟ ਪ੍ਰੈਜ਼ੀਡੈਂਟ ਵੀ ਕਹਿੰਦੇ ਹਾਂ ਜੀ, ਐਂਟਰੀਮ ਵੀ ਕਹਿੰਦੇ ਹਾਂ, ਤੇ ਟੈਂਪਰੇਰੀ ਪ੍ਰੈਜ਼ੀਡੈਂਟ ਵੀ ਕਹਿੰਦੇ ਆਂਗੇ। ਤੁਹਾਡੇ ਕੋਲੇ ਕੁਐਸਚਨ ਲਿਖਿਆ ਆ ਸਕਦਾ ਜੀ, ਸਾਡੇ ਫਸਟ ਟੈਂਪਰੇਰੀ ਪ੍ਰੈਜ਼ੀਡੈਂਟ ਕੌਣ ਸਨ, ਜਾਂ ਫਸਟ ਪ੍ਰੈਜ਼ੀਡੈਂਟ ਜਾਂ ਐਂਟਰੀਮ ਪ੍ਰੈਜ਼ੀਡੈਂਟ। ਐਂਟਰੀਮ ਨੂੰ ਪੰਜਾਬੀ 'ਚ ਕਹਿੰਦੇ ਨੇ ਜੀ ਅੰਤਰਿਮ। ਅੰਤਰਿਮ ਪ੍ਰਧਾਨ ਕੌਣ ਸੀ ਜੀ, ਤਾਂ ਇਹਨੂੰ ਅਸੀਂ ਜਿਹੜੇ ਸਾਡੇ ਅਸਥਾਈ ਪ੍ਰੈਜ਼ੀਡੈਂਟ ਸੀ ਕੌਣ ਸੀ ਜੀ, ਡਾਕਟਰ ਸਚਿਦਾਨੰਦ ਸਿਨਹਾ ਜੀ। ਇਹ ਜੀ ਉਹਨਾਂ 211 ਮੈਂਬਰਾਂ ਦੇ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਸੀਗੇ ਜੀ, ਵਡੇਰੀ ਉਮਰ ਦੇ, ਓਲਡ ਏਜ ਹੋਣ ਕਰਕੇ ਜੀ ਇਹਨਾਂ ਨੂੰ ਉਸ ਦਿਨ ਪਹਿਲੇ ਦਿਨ ਜੀ ਟੈਂਪਰੇਰੀ ਯਾਨੀ ਕਿ ਅਸਥਾਈ ਪ੍ਰਧਾਨ ਚੁਣ ਲਿਆ ਜਾਂਦਾ ਗਾ। ਤੇ ਕਿਹੜਾ ਫਾਰਮੂਲਾ ਅਪਣਾਉਂਦੇ ਨੇ ਜੀ ਇਹਨਾਂ ਨੂੰ ਪ੍ਰਧਾਨ ਚੁਣਨ ਦੇ ਲਈ, ਫਰੈਂਚ ਫਾਰਮੂਲਾ ਜੀ, ਤੇ ਸਭ ਤੋਂ ਵਡੇਰੀ ਉਮਰ ਦੇ। ਹੁਣ 9 ਦਸੰਬਰ ਨੂੰ ਜੀ ਇਹਨਾਂ ਨੂੰ ਅਸਥਾਈ ਪ੍ਰਧਾਨ ਚੁਣਨ ਤੋਂ ਬਾਅਦ ਜੀ ਜਦੋਂ ਇਹ 11 ਦਸੰਬਰ ਨੂੰ ਸੈਕਿੰਡ ਮੀਟਿੰਗ ਕਰਨਗੇ, ਤਾਂ 11 ਦਸੰਬਰ ਨੂੰ ਤਾਂ ਜੀ ਸਾਰੇ ਲੋਕੀ ਸੋਚਣਗੇ ਕਿ ਵੀ ਇਹ ਕੀ ਵਡੇਰੀ ਉਮਰ ਦੇ ਆਦਮੀ ਨੇਗੇ, ਠੀਕ ਹੈ। ਤਾਂ ਹੈਲਥ ਇਸ਼ੂ ਹੋਣ ਕਰਕੇ ਜੀ ਜਦੋਂ ਤੱਕ ਸਾਡਾ ਸੰਵਿਧਾਨ ਕੰਪਲੀਟ ਹੋਊਗਾ, ਬਣ ਕੇ ਤਿਆਰ ਹੋਊਗਾ, ਵੀ ਤਾਂ ਕਰਕੇ ਉਹ ਕੀ ਸੋਚਦੇ ਨੇ ਵੀ ਇਹ ਇੰਨੀ ਪ੍ਰਧਾਨਗੀ ਨਹੀਂ ਕਰ ਸਕਦੇ ਹੈਗੇ, ਤਾਂ ਇਹਨਾਂ ਨੂੰ ਕੀ ਚਾਹੀਦਾ ਸੀਗਾ ਜੀ, ਇੱਕ ਯੰਗ ਮੈਨ ਚਾਹੀਦਾ ਸੀਗਾ। ਤਾਂ 11 ਦਸੰਬਰ ਨੂੰ ਜੀ ਇਹ ਆਪਣਾ ਇੱਕ ਪਰਮਾਨੈਂਟ ਪ੍ਰਧਾਨ ਕਿਹਨਾਂ ਨੂੰ ਨਿਯੁਕਤ ਕਰਨਗੇ ਜੀ, ਤਾਂ ਇਹ ਸੋਚਣਗੇ ਜੀ, ਤੁਸੀਂ ਯਾਦ ਰੱਖਣ ਦਾ ਇੱਕ ਟ੍ਰਿਕ ਆ ਗਈ, ਤੁਸੀਂ ਐਂ ਸੋਚੋ ਵੀ ਜਿਹੜਾ ਬੰਦਾ ਰਾਜਾ ਬਣਨ ਦੇ ਗੁਣ ਰੱਖਦਾ ਜੀ, ਉਹਨੂੰ ਅਸੀਂ ਕੀ ਚੁਣਾਂਗੇ ਜੀ, ਪ੍ਰਧਾਨ ਚੁਣਾਂਗੇ। ਤਾਂ ਰਾਜਾ ਤੋਂ ਯਾਦ ਕਰਨਾ ਜੀ, ਰਾਜਿੰਦਰ ਪ੍ਰਸਾਦ, ਠੀਕ ਹੈ ਜੀ। ਪਹਿਲੇ ਦਿਨ ਇਹ ਕਿਹਨਾਂ ਨੂੰ ਚੁਣਨਗੇ ਜੀ, ਜਿਹੜਾ ਬੰਦਾ ਵਡੇਰੀ ਉਮਰ ਦਾ ਜੀ, ਵਡੇਰੀ ਉਮਰ ਦੇ ਹਮੇਸ਼ਾ ਸੱਚ ਬੋਲਦੇ ਹੁੰਦੇ ਨੇ ਜੀ, ਸੱਚ ਤੋਂ ਯਾਦ ਰੱਖ ਲਿਓ ਜੀ। ਤੇ ਪਹਿਲੇ ਦਿਨ ਇਹ ਜੀ ਟੈਂਪਰੇਰੀ ਅਸਥਾਈ ਪ੍ਰਧਾਨ ਕਿਹਨਾਂ ਨੂੰ ਚੁਣਨਗੇ ਜੀ, ਡਾਕਟਰ ਸਚਿਦਾਨੰਦ ਸਿਨਹਾ, ਯਾਨੀ ਕਿ ਸੱਚ ਬੋਲਣ ਵਾਲਾ ਆਦਮੀ ਸਚਿਦਾਨੰਦ ਸਿਨਹਾ। ਤੇ ਦੂਸਰੇ ਦਿਨ ਕਿਹਨੂੰ ਚੁਣਨਗੇ ਜੀ, ਰਾਜਾ ਬਣਨ ਦੇ ਗੁਣ ਰੱਖਣ ਵਾਲਾ ਆਦਮੀ ਰਾਜਿੰਦਰ ਪ੍ਰਸਾਦ, ਡਾਕਟਰ ਰਾਜਿੰਦਰ ਪ੍ਰਸਾਦ। ਫਸਟ ਪ੍ਰੈਜ਼ੀਡੈਂਟ ਕੌਣ ਨੇ ਜੀ, ਜਿਹੜੇ ਕੀ ਨੇ ਸਾਡੇ ਅਸਥਾਈ ਪ੍ਰੈਜ਼ੀਡੈਂਟ ਨੇਗੇ, ਡਾਕਟਰ ਸਚਿਦਾਨੰਦ ਸਿਨਹਾ, ਜਿਨ੍ਹਾਂ ਨੂੰ ਜੀ 9 ਦਸੰਬਰ 1946 ਨੂੰ ਇਲੈਕਟ ਕੀਤਾ ਗਿਆ। ਤੇ ਸੈਕਿੰਡ ਪ੍ਰੈਜ਼ੀਡੈਂਟ ਯਾਨੀ ਕਿ ਸਾਡੇ ਪਰਮਾਨੈਂਟ ਪ੍ਰਧਾਨ ਕਿਹਨਾਂ ਨੂੰ ਚੁਣਨਗੇ ਜੀ, ਡਾਕਟਰ ਰਾਜਿੰਦਰ ਪ੍ਰਸਾਦ ਨੂੰ, ਜਿਹੜੇ ਕੀ ਜੀ 11 ਦਸੰਬਰ ਨੂੰ ਚੁਣੇ ਜਾਣਗੇ। ਫਿਰ ਸਾਡੀ ਹੋਊਗੀ ਜੀ ਸੰਵਿਧਾਨ ਸਭਾ ਦੀ 3rd ਮੀਟਿੰਗ। ਤੀਸਰੀ ਮੀਟਿੰਗ ਦੇ ਵਿੱਚ ਜੀ ਉਦੇਸ਼ ਪ੍ਰਸਤਾਵ ਲੈ ਕੇ ਆਉਣਗੇ, ਕਿਉਂਕਿ ਦੇਖੋ ਜੀ ਪ੍ਰਧਾਨ ਚੁਣੇ ਗਏ ਨੇ, ਹੁਣ ਇਹਨਾਂ ਨੇ ਕੰਮ ਸਟਾਰਟ ਕਰਨਾ ਗਾ। ਤੇ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਜੀ, ਤਾਂ ਸਾਡੇ ਕੋਲ ਕੀ ਹੋਣਾ ਚਾਹੀਦਾ ਜੀ, ਇੱਕ ਰਫ ਜਿਹਾ ਆਈਡੀਆ ਕਿ ਜਿਹੜਾ ਅਸੀਂ ਸੰਵਿਧਾਨ ਬਣਾਉਣ ਜਾ ਰਹੇ ਹਾਂ ਜੀ, ਉਹਦੇ ਵਿੱਚ ਸਾਨੂੰ ਕਿਸ ਕਿਸ ਚੀਜ਼ ਦੀ ਜ਼ਰੂਰਤ ਆ, ਅਸੀਂ ਕਿਸ ਕਿਸ ਦੇ ਉੱਪਰ ਕੰਮ ਕਰਾਂਗੇ, ਮਤਲਬ ਸਾਡੇ ਸੰਵਿਧਾਨ ਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਨੇਗੀਆਂ। ਤਾਂ ਇੱਕ ਜਿਹੜਾ ਰਫ ਜਿਹਾ ਐਸਟੀਮੇਟ ਆ ਜੀ, ਉਹ ਕੌਣ ਲੈ ਕੇ ਆਉਣਗੇ, ਜਵਾਹਰ ਲਾਲ ਨਹਿਰੂ ਜੀ ਲੈ ਕੇ ਆਉਣਗੇ। ਜਵਾਹਰ ਲਾਲ ਨਹਿਰੂ ਜੀ 4-5 ਪੇਜ ਦਾ ਇੱਕ ਰਫ ਆਈਡੀਆ ਦੇਣਗੇ ਜੀ, ਜਿਹਦੇ ਉੱਪਰ ਉਹਨਾਂ ਨੇ ਲਿਖਿਆ ਹੋਊਗਾ ਵੀ ਸਾਡੇ ਸੰਵਿਧਾਨ ਦੇ ਵਿੱਚ ਜਿੱਦਾਂ ਕਿ ਵੀ ਆਜ਼ਾਦੀ ਚਾਹੀਦੀ ਹੈਗੀ, ਭਾਈਚਾਰਾ ਚਾਹੀਦਾ ਗਾ, ਜਾਂ ਵੀ ਉਹ ਸਾਨੂੰ ਸਾਰਿਆਂ ਨੂੰ ਜੀ ਬਰਾਬਰ ਨਿਆਂ ਚਾਹੀਦਾ ਗਾ, ਵੀ ਸਾਡੇ ਸੰਵਿਧਾਨ ਦੇ ਵਿੱਚ ਬੇਸਿਕ ਨੀਡ ਕੀ ਨੇ ਇੰਡੀਅਨ ਲੋਕਾਂ ਦੀਆਂ, ਉਹਨਾਂ ਸਾਰਿਆਂ ਨੂੰ ਜੀ ਇੱਕ ਪੇਜ 'ਤੇ ਲਿਖ ਕੇ ਲੈ ਕੇ ਆਉਣਗੇ। ਉਹਨਾਂ ਨੂੰ ਉਹ ਕੀ ਕਹਿਣਗੇ ਜੀ, ਓਬਜੈਕਟਿਵ ਰੈਜ਼ੋਲੂਸ਼ਨ, ਯਾਨੀ ਕਿ ਉਦੇਸ਼ ਪ੍ਰਸਤਾਵ। ਤਾਂ 13 ਦਸੰਬਰ 1946 ਨੂੰ ਜੀ ਓਬਜੈਕਟਿਵ ਰੈਜ਼ੋਲੂਸ਼ਨ, ਉਦੇਸ਼ ਪ੍ਰਸਤਾਵ ਪੇਸ਼ ਕਰਨਗੇ ਜੀ, ਕੌਣ, ਜਵਾਹਰ ਲਾਲ ਨਹਿਰੂ ਜੀ ਪੇਸ਼ ਕਰਨਗੇ। ਤੇ ਪੇਸ਼ ਕੀਤਾ ਜੀ ਇਹਨਾਂ ਨੇ 13 ਦਸੰਬਰ 1946 ਨੂੰ। ਤੇ ਇਹਨਾਂ ਦੇ ਉਦੇਸ਼ ਪ੍ਰਸਤਾਵ ਨੂੰ ਮਨਜ਼ੂਰੀ ਸੰਵਿਧਾਨ ਸਭਾ ਕਦੋਂ ਦਿੰਦੀ ਹੈ ਜੀ, ਇਹਨੂੰ ਅਡਾਪਟ ਕਦੋਂ ਕਰਦੇ ਨੇ ਜੀ, ਨੈਕਸਟ 22 ਜਨਵਰੀ 1947 ਨੂੰ ਜੀ ਇਹਨੂੰ ਅਡਾਪਟ ਕਰ ਲੈਣਗੇ ਜੀ। ਜੇ ਪੁੱਛ ਲੈਣ ਜੀ ਉਦੇਸ਼ ਪ੍ਰਸਤਾਵ ਪੇਸ਼ ਕਦੋਂ ਕੀਤਾ ਗਿਆ ਜੀ, 13 ਦਸੰਬਰ 1946 ਨੂੰ, ਤੇ ਇਹਨੂੰ ਅਡਾਪਟ ਕਦੋਂ ਕੀਤਾ ਗਿਆ ਸੀ ਜੀ, 22 ਜਨਵਰੀ 1947 ਨੂੰ। ਤੇ ਉਦੇਸ਼ ਪ੍ਰਸਤਾਵ ਕਿਸ ਮੀਟਿੰਗ ਦੇ ਵਿੱਚ ਆਇਆ ਸੀ ਜੀ, ਇਹ ਸਾਡੀ 3rd ਮੀਟਿੰਗ 'ਚ ਆਇਆ 13 ਦਸੰਬਰ 1946 ਨੂੰ। ਕੌਣ ਲੈ ਕੇ ਆਏ ਨੇ ਜੀ, ਜਵਾਹਰ ਲਾਲ ਨਹਿਰੂ ਜੀ। ਹੁਣ ਜਿਹੜੀ ਸਾਡੀ ਸੰਵਿਧਾਨ ਸਭਾ ਜੀ, ਉਹਦੇ ਪ੍ਰੈਜ਼ੀਡੈਂਟ ਚੁਣੇ ਗਏ,
ਤਾਂ ਪ੍ਰੈਜ਼ੀਡੈਂਟ ਜੇ ਗੈਰ ਹਾਜ਼ਰ ਨੇ ਤਾਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤਾਂ ਵਾਈਸ ਪ੍ਰੈਜ਼ੀਡੈਂਟ ਵੀ ਚਾਹੀਦੇ ਨੇ ਜੀ। ਤਾਂ ਵਾਈਸ ਪ੍ਰੈਜ਼ੀਡੈਂਟ ਕਿਹਨਾਂ ਨੂੰ ਨਿਯੁਕਤ ਕਰਨਗੇ ਜੀ? ਇੱਕ ਤਾਂ ਆਣਗੇ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ HC ਮੁਖਰਜੀ, ਤੇ ਸੈਕਿੰਡ ਆਣਗੇ ਜੀ BT ਕ੍ਰਿਸ਼ਨਮਚਾਰੀ, ਜਾਂ ਕ੍ਰਿਸ਼ਨਾਚਾਰੀ ਵੀ ਲਿਖਿਆ ਆ ਸਕਦਾ ਜੀ ਤੁਹਾਨੂੰ ਐਗਜ਼ਾਮ 'ਚ। ਹਾਂਜੀ, ਜੇ ਸਾਡੇ ਪ੍ਰੈਜ਼ੀਡੈਂਟ ਦੀ ਗੱਲ ਕਰਨਾ ਤਾਂ ਸਾਡੇ ਟੈਂਪਰੇਰੀ ਪ੍ਰੈਜ਼ੀਡੈਂਟ ਜਾਂ ਫਸਟ ਜਾਂ ਐਂਟਰੀਮ ਪ੍ਰੈਜ਼ੀਡੈਂਟ ਕੌਣ ਸੀ ਜੀ? ਸੱਚ ਬੋਲਣ ਵਾਲਾ ਆਦਮੀ, ਜੋ ਕਿ ਵਡੇਰੀ ਏਜ ਦਾ ਜੀ, ਡਾਕਟਰ ਸਚਿਦਾਨੰਦ ਸਿਨਹਾ। ਤੇ ਸਾਡੇ ਪਰਮਾਨੈਂਟ ਪ੍ਰੈਜ਼ੀਡੈਂਟ ਕੌਣ ਨੇ ਜੀ? ਡਾਕਟਰ ਰਾਜਿੰਦਰ ਪ੍ਰਸਾਦ। ਤੇ ਜੇ ਪੁੱਛਣ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਕੌਣ ਨੇ ਜੀ, ਤਾਂ ਕੌਣ ਹੋਣਗੇ ਜੀ? HC ਮੁਖਰਜੀ ਤੇ VT ਕ੍ਰਿਸ਼ਨਮਚਾਰੀ ਜੀ। ਤੇ ਸੰਵਿਧਾਨ ਸਭਾ ਦੇ ਸਕੱਤਰ ਕੌਣ ਨੇ ਜੀ? ਸਕੱਤਰ ਨੇ ਜੀ HBR ਅਯੰਗਰ। ਇਹ ਸਾਡੇ ਸੰਵਿਧਾਨ ਸਭਾ ਦੇ ਸਕੱਤਰ ਨੇ ਜੀ, ਸੈਕਟਰੀ ਯਾਨੀ ਕਿ ਸਕੱਤਰ ਨੇ। ਹਾਂਜੀ, ਹੁਣ ਆਪਾਂ ਸਟਾਰਟ ਕਰਦੇ ਹਾਂ ਸਾਡੀ ਸੰਵਿਧਾਨ ਸਭਾ ਦੀਆਂ ਮੀਟਿੰਗਾਂ। ਹਾਂਜੀ, ਸੰਵਿਧਾਨ ਸਭਾ ਦੀਆਂ ਮੀਟਿੰਗਾਂ ਤੋਂ ਪਹਿਲਾਂ ਅਸੀਂ ਦੇਖਾਂਗੇ ਜੀ ਸਾਡੀ ਜਿਹੜੀ ਸੰਵਿਧਾਨ ਸਭਾ ਦੀਆਂ ਕਮੇਟੀਆਂ ਨੇ ਜੀ। ਮੀਟਿੰਗਾਂ ਤਾਂ ਦੇਖੋ ਹੋ ਚੁੱਕੀਆਂ ਨੇ, ਫਸਟ ਮੀਟਿੰਗ ਹੋ ਗਈ ਜੀ, ਸੈਕਿੰਡ ਥਰਡ ਮੀਟਿੰਗ ਹੋ ਗਈ, ਤੇ ਇੱਕ ਲਾਸਟ ਮੀਟਿੰਗ ਆਊਗੀ। ਸਾਰੀਆਂ ਯਾਦ ਕਰਨ ਦੀ ਲੋੜ ਨਹੀਂ। ਫਸਟ ਮੀਟਿੰਗ ਆਪਾਂ ਕਰ ਚੁੱਕੇ ਹਾਂ ਜੀ, ਕਦੋਂ ਹੋਈ ਸੀਗੀ? 9 ਦਸੰਬਰ ਨੂੰ। ਸੈਕਿੰਡ ਕਦੋਂ ਹੋਈ ਹੈ ਜੀ? 11 ਦਸੰਬਰ। ਥਰਡ ਕਦੋਂ ਹੋਈ ਹੈ? 13 ਦਸੰਬਰ। ਫਸਟ ਮੀਟਿੰਗ ਵਿੱਚ ਟੈਂਪਰੇਰੀ ਪ੍ਰਧਾਨ ਚੁਣੇ ਗਏ ਸਚਿਦਾਨੰਦ ਸਿਨਹਾ ਜੀ। ਸੈਕਿੰਡ ਦੇ ਵਿੱਚ ਪਰਮਾਨੈਂਟ ਪ੍ਰੈਜ਼ੀਡੈਂਟ ਚੁਣੇ ਗਏ ਜੀ ਡਾਕਟਰ ਰਾਜਿੰਦਰ ਪ੍ਰਸਾਦ। ਥਰਡ ਦੇ ਵਿੱਚ ਇਹਨਾਂ ਨੇ JL ਨਹਿਰੂ ਜੀ ਨੇ ਕੀ ਕੀਤਾ ਜੀ? ਆਬਜੈਕਟਿਵ ਰੈਜ਼ੋਲੂਸ਼ਨ ਮਤਲਬ ਜਾਨੀ ਕਿ ਉਦੇਸ਼ ਪ੍ਰਸਤਾਵ ਪੇਸ਼ ਕਰਨਗੇ। ਹੁਣ ਸਾਡੇ ਸੰਵਿਧਾਨ ਸਭਾ ਦੀਆਂ ਕੌਂਸਟੀਟਿਊਸ਼ਨਲ ਦੀਆਂ ਟੋਟਲ ਕਮੇਟੀਆਂ ਕਿੰਨੀਆਂ ਨੇ ਜੀ? ਆਪਾਂ ਉਹ ਵੇਖਦੇ ਹਾਂ। ਟੋਟਲ ਸਾਡੇ ਕੋਲੇ 22 ਕਮੇਟੀਆਂ ਆਉਣਗੀਆਂ ਜੀ, ਜਿਹਦੇ ਵਿੱਚੋਂ 8 ਨੇ ਜੀ ਵੱਡੀਆਂ ਕਮੇਟੀਆਂ। ਤੇ ਜਿਹੜੀਆਂ 8 ਵੱਡੀਆਂ ਕਮੇਟੀਆਂ ਨੇ ਜੀ, ਉਹਨਾਂ ਦੇ ਸਾਨੂੰ ਚੇਅਰਮੈਨ ਪੁੱਛ ਲੈਂਦੇ ਹੁੰਦੇ ਨੇਗੇ। ਸਭ ਤੋਂ ਪਹਿਲੇ ਜੀ 3 ਕਮੇਟੀਆਂ ਆਉਣਗੀਆਂ। ਯੂਨੀਅਨ ਪਾਵਰ ਕਮੇਟੀ, ਇਹਨੂੰ ਪੰਜਾਬੀ 'ਚ ਬੋਲਦੇ ਹਾਂ ਜੀ ਸੰਘ ਸ਼ਕਤੀ ਕਮੇਟੀ। ਯੂਨੀਅਨ ਪਾਵਰ ਕਮੇਟੀ ਨੂੰ ਕੀ ਬੋਲਾਂਗੇ ਜੀ? ਸੰਘ ਸ਼ਕਤੀ ਕਮੇਟੀ। ਤੇ ਸੈਕਿੰਡ ਆਉਣਗੇ ਜੀ ਸਾਡੇ, ਇੱਕ ਮਿੰਟ ਇਹਨੂੰ ਇਰੇਜ਼ ਕਰ ਦਈਏ ਜੀ। ਹਾਂਜੀ, ਸਾਡੀ ਸੈਕਿੰਡ ਕਮੇਟੀ ਆਊਗੀ ਯੂਨੀਅਨ ਕੌਂਸਟੀਟਿਊਸ਼ਨਲ ਕਮੇਟੀ। ਇਹਨੂੰ ਅਸੀਂ ਕੀ ਕਹਿੰਦੇ ਹਾਂ ਜੀ? ਸੰਘ ਸੰਵਿਧਾਨਕ ਕਮੇਟੀ। ਤੇ ਤੀਸਰੀ ਆਊਗੀ ਜੀ ਸਟੇਟ ਕਮੇਟੀ ਯਾਨੀ ਕਿ ਰਾਜ ਕਮੇਟੀ। ਤੇ ਇਹ ਤਿੰਨੋਂ ਕਮੇਟੀਆਂ ਦੇ ਚੇਅਰਮੈਨ ਕੌਣ ਹੋਣਗੇ ਜੀ? ਸਾਡੇ ਪਹਿਲੇ ਸਾਡੇ ਜੀ ਫਸਟ ਪ੍ਰਾਈਮ ਮਿਨਿਸਟਰ ਯਾਨੀ ਕਿ ਪ੍ਰਧਾਨ ਮੰਤਰੀ ਕੌਣ ਸੀਗੇ ਜੀ? ਪੰਡਿਤ ਜਵਾਹਰ ਲਾਲ ਨਹਿਰੂ ਜੀ। ਜਿਹੜੇ ਪ੍ਰਧਾਨ ਮੰਤਰੀ ਹੁੰਦੇ ਨੇ ਜੀ, ਉਹਨਾਂ ਦਾ ਮੇਨ ਕੰਮ ਕੀ ਹੁੰਦਾ ਗਾ ਜੀ? ਉਹਨਾਂ ਦਾ ਵੀ ਕੇਂਦਰ ਨੂੰ ਚਲਾਉਣਾ। ਤੇ ਜਿਹੜੇ ਵੱਡੇ ਪੱਧਰ ਦਾ ਜੀ ਕੇਂਦਰ ਤੇ ਰਾਜ ਦੋਵਾਂ ਹੀ ਕਮੇਟੀਆਂ ਦੇ ਪ੍ਰਧਾਨ ਕੌਣ ਬਣਨਗੇ? ਜਿਹੜੇ ਸਾਡੇ ਫਸਟ ਪ੍ਰਾਈਮ ਮਿਨਿਸਟਰ ਸੀ, ਪਹਿਲੇ ਪ੍ਰਧਾਨ ਮੰਤਰੀ ਕੌਣ ਸੀ ਜੀ? ਸਾਡੇ ਜਵਾਹਰ ਲਾਲ ਨਹਿਰੂ ਜੀ। ਤੇ ਉਹੀ ਸਾਡੀਆਂ ਜੀ 3 ਕਮੇਟੀਆਂ ਦੇ ਚੇਅਰਮੈਨ ਵੀ ਹੋਣਗੇ ਜੀ। ਤਾਂ ਤੁਸੀਂ ਯਾਦ ਕਰ ਲਓ ਜੀ, ਕੇਂਦਰ ਤੇ ਰਾਜ ਨਾਲ ਸੰਬੰਧਿਤ ਕੰਮ ਕਿਹਦੇ ਕੋਲੇ ਹੋਣਗੇ ਜੀ? ਸਾਡੇ ਚੇਅਰਮੈਨ ਪੰਡਿਤ ਜਵਾਹਰ ਲਾਲ ਨਹਿਰੂ ਕੋਲੇ ਜੀ। ਕੇਂਦਰ ਯਾਨੀ ਕਿ ਯੂਨੀਅਨ, ਜਿਹਦੇ ਅੱਗੇ ਜੀ ਯੂਨੀਅਨ ਆ ਗਿਆ ਤੇ ਜਿਸ ਦੇ ਅੱਗੇ ਕੀ ਆ ਗਿਆ ਜੀ? ਸਟੇਟ ਵਰਡ ਆ ਗਿਆ। ਤੇ ਯੂਨੀਅਨ ਤੇ ਸਟੇਟ ਦੋਵਾਂ ਦੇ ਹੀ ਚੇਅਰਮੈਨ ਕੌਣ ਬਣਨਗੇ ਜੀ? JL ਨਹਿਰੂ। ਯੂਨੀਅਨ ਪਾਵਰ ਕਮੇਟੀ, ਯੂਨੀਅਨ ਕੌਂਸਟੀਟਿਊਸ਼ਨਲ ਕਮੇਟੀ, ਸਟੇਟ ਕਮੇਟੀ। ਯੂਨੀਅਨ ਪਾਵਰ ਕਮੇਟੀ ਨੂੰ ਅਸੀਂ ਪੰਜਾਬੀ 'ਚ ਬੋਲਾਂਗੇ ਜੀ ਸੰਘ ਸ਼ਕਤੀ ਕਮੇਟੀ, ਇਹਨੂੰ ਬੋਲਾਂਗੇ ਸੰਘ ਸੰਵਿਧਾਨਕ ਕਮੇਟੀ, ਤੇ ਇਹ ਹੋ ਗਈ ਸਾਡੀ ਜੀ ਰਾਜ ਕਮੇਟੀ। ਤਿੰਨੋਂ ਕਮੇਟੀਆਂ ਦੇ ਚੇਅਰਮੈਨ ਕੌਣ ਨੇ ਜੀ? ਪੰਡਿਤ JL ਨਹਿਰੂ ਜੀ। ਤੇ ਨੈਕਸਟ ਆਊਗੀ ਜੀ ਸਾਡੀ ਪ੍ਰੋਵਿੰਸ਼ੀਅਲ ਕੌਂਸਟੀਟਿਊਸ਼ਨਲ ਕਮੇਟੀ, ਤੇ ਇਹਨੂੰ ਪੰਜਾਬੀ 'ਚ ਅਸੀਂ ਬੋਲਦੇ ਹਾਂ ਜੀ ਪ੍ਰਾਂਤਕ ਸੰਵਿਧਾਨਕ ਕਮੇਟੀ। ਠੀਕ ਹੈ ਜੀ, ਪ੍ਰਾਂਤਕ ਸੰਵਿਧਾਨਕ ਕਮੇਟੀ। ਤੇ ਪ੍ਰਾਂਤਕ ਸੰਵਿਧਾਨਕ ਕਮੇਟੀ ਤੋਂ P ਤੇ ਜੀ ਪ੍ਰਾਂਤ, ਤੇ P ਤੇ ਕੌਣ ਹੈ ਜੀ? ਪਟੇਲ। ਯਾਦ ਰੱਖੋਗੇ ਜੀ ਤੁਸੀਂ, ਪ੍ਰਾਂਤਕ ਕਮੇਟੀ ਦੇ ਚੇਅਰਮੈਨ ਕੌਣ ਨੇ ਜੀ? ਪਟੇਲ ਜੀ। ਠੀਕ ਹੈ ਜੀ, ਪ੍ਰੋਵਿੰਸ ਲਿਖਿਆ ਆਵੇ ਤੁਹਾਡੇ ਕੋਲੇ, ਚਾਹੇ ਪ੍ਰਾਂਤ ਲਿਖਿਆ ਆਵੇ, P ਤੇ ਪ੍ਰੋਵਿੰਸ, P ਤੇ ਪ੍ਰਾਂਤ, ਤੇ P ਤੇ ਜੀ ਪਟੇਲ ਜੀ ਨੇਗੇ। ਇਹ ਸਾਡੇ ਕਿਹਦੇ ਨੇ ਜੀ? ਚੇਅਰਮੈਨ ਪ੍ਰਾਂਤਕ ਸੰਵਿਧਾਨਕ ਕਮੇਟੀ ਸਰਦਾਰ ਵੱਲਭ ਭਾਈ ਪਟੇਲ ਜੀ। 4 ਕਮੇਟੀਆਂ ਹੋ ਗਈਆਂ ਜੀ ਸਾਡੀਆਂ, 4 ਆਪਾਂ ਹੋਰ ਕਰਦੇ ਹਾਂ। ਹਾਂਜੀ, ਨੈਕਸਟ ਜਿਹੜੀਆਂ ਅੱਗੇ ਆਉਣਗੇ ਜੀ BR ਅੰਬੇਦਕਰ ਜੀ। BR ਅੰਬੇਦਕਰ, ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ ਜੀ? ਫੁੱਲ ਨੇਮ ਇਹਨਾਂ ਦਾ ਭੀਮ ਰਾਓ ਅੰਬੇਦਕਰ ਜੀ, ਡਾਕਟਰ ਭੀਮ ਰਾਓ ਅੰਬੇਦਕਰ। ਇਹਨਾਂ ਦਾ ਨਾਮ ਜੀ ਸਭ ਤੋਂ ਵੱਡਾ ਆਉਂਦਾ ਗਾ ਸੰਵਿਧਾਨ ਦੇ ਵਿੱਚ
ਇਹ ਕਿਸ ਕਮੇਟੀ ਨਾਲ ਸੰਬੰਧ ਰੱਖਦੇ ਸੀ ਜੀ? ਡਰਾਫਟਿੰਗ ਕਮੇਟੀ ਦੇ ਨਾਲ ਸੰਬੰਧ ਰੱਖਦੇ ਸੀ ਜੀ। ਤੇ ਡਰਾਫਟਿੰਗ ਕਮੇਟੀ ਨੂੰ ਪੰਜਾਬੀ ਵਿੱਚ ਨਾਮ ਲੈਂਦੇ ਨੇ ਜੀ ਮਸੌਦਾ ਕਮੇਟੀ, ਤੇ ਇਹਨੂੰ ਜੀ ਇੱਕ ਨਾਮ ਹੋਰ ਬੋਲਿਆ ਜਾਂਦਾ ਜੀ ਖਾੜਾ ਕਮੇਟੀ ਵੀ ਕਿਹਾ ਜਾਂਦਾ ਜੀ, ਤੇ ਇੱਕ ਇਹਨੂੰ ਜੀ ਪ੍ਰਾਰੂਪ ਕਮੇਟੀ ਵੀ ਕਿਹਾ ਜਾਂਦਾ ਜੀ। ਡਰਾਫਟਿੰਗ ਕਮੇਟੀ ਦੇ ਦੋ ਨਾਮ ਹੋਰ ਨੇ ਜੀ, ਤਿੰਨ, ਇੱਕ ਮਸੌਦਾ ਕਮੇਟੀ, ਇਹਨੂੰ ਖਾੜਾ ਕਮੇਟੀ ਵੀ ਕਿਹਾ ਜਾਂਦਾ ਜੀ, ਪ੍ਰਾਰੂਪ ਕਮੇਟੀ ਵੀ ਕਿਹਾ ਜਾਂਦਾ। ਮਤਲਬ ਜਿਹੜੀਆਂ ਸਾਡੀਆਂ 22 ਕਮੇਟੀਆਂ ਸੀ ਜੀ ਉਹਨਾਂ ਨੂੰ ਅਲੱਗ-ਅਲੱਗ ਨਾਮ ਅਲੱਗ-ਅਲੱਗ ਕੰਮ ਸੌਂਪੇ ਗਏ ਸੀ ਜੀ, ਤੇ ਸਾਰੇ ਕੰਮ ਜੋ ਇਹਨਾਂ ਨੇ ਕੀਤਾ ਸੀਗਾ ਜੀ, ਮਤਲਬ ਜਿਸ ਵੀ ਇਹਨਾਂ ਨੇ ਵਿਸ਼ੇ ਦੇ ਉੱਪਰ ਕੀ ਬਣਾਉਣੇ ਸੀ ਜੀ, ਕਾਨੂੰਨ ਬਣਾਉਣੇ ਸੀਗੇ, ਤੇ ਉਹ ਸਾਰੇ ਦੇ ਸਾਰੇ ਜਿਹੜੀਆਂ ਦੂਸਰੀਆਂ 21 ਕਮੇਟੀਆਂ ਸੀ ਜੀ ਉਹਨਾਂ ਨੇ ਆਪਣਾ ਕੰਮ ਕਿਹਨੂੰ ਸੌਂਪਣਾ ਸੀ ਜੀ? ਡਰਾਫਟਿੰਗ ਕਮੇਟੀ ਨੂੰ। ਤੇ ਡਰਾਫਟਿੰਗ ਕਮੇਟੀ ਦਾ ਕੰਮ ਕੀ ਸੀ ਜੀ? ਨਾਲੇ ਆਪਣੀ ਕਮੇਟੀ ਦਾ ਨਾਲੇ ਉਹਨਾਂ 21 ਕਮੇਟੀਆਂ ਦਾ ਖਾੜਾ ਤਿਆਰ ਕਰਨਾ ਜੀ। ਉਹਨਾਂ ਦੁਆਰਾ ਬਣਾਏ ਗਏ ਕਾਨੂੰਨ ਜੋ ਵੀ ਰੂਲ ਸੀਗੇ ਤੇ ਇਹਨਾਂ ਦੀ ਆਪਦੀ ਕਮੇਟੀ ਦੁਆਰਾ ਬਣਾਏ ਗਏ ਜੋ ਵੀ ਰੂਲ ਸੀ ਜੀ, ਤੇ 22 ਦੀ 22 ਕਮੇਟੀਆਂ ਦਾ ਖਾੜਾ ਕੌਣ ਤਿਆਰ ਕਰ ਰਹੀ ਸੀ ਜੀ? ਸਾਡੀ ਡਰਾਫਟਿੰਗ ਕਮੇਟੀ ਤਿਆਰ ਕਰ ਰਹੀ ਸੀਗੀ। ਤੇ ਇਹਨਾਂ ਨੂੰ ਇਹਦਾ ਨਾਮ ਕੀ ਹੈ ਜੀ? ਮਸੌਦਾ ਕਮੇਟੀ, ਖਾੜਾ ਕਮੇਟੀ ਤੇ ਪ੍ਰਾਰੂਪ ਕਮੇਟੀ। ਤੇ ਇਸੇ ਕਮੇਟੀ ਦੇ ਚੇਅਰਮੈਨ ਕੌਣ ਨੇ ਜੀ? ਭੀਮ ਰਾਓ ਅੰਬੇਦਕਰ। ਇਸ ਕਰਕੇ ਸਾਨੂੰ ਸੰਵਿਧਾਨ ਸਭਾ ਦੇ ਹੈੱਡ ਦੇ ਤੌਰ ਤੇ ਜੀ, ਜਾਂ ਆਪਾਂ ਕਿਹਾ ਜਾਂਦਾ ਜੀ ਸੰਵਿਧਾਨ ਸਭਾ 'ਚ ਸਭ ਤੋਂ ਜ਼ਿਆਦਾ ਯੋਗਦਾਨ ਕਿਹਨਾਂ ਦਾ ਰਿਹਾ ਜੀ? ਭੀਮ ਰਾਓ ਅੰਬੇਦਕਰ ਜੀ ਦਾ ਰਿਹਾ ਗਿਆ ਜੀ। ਤੇ ਇਹਨਾਂ ਨੇ ਕਿਉਂਕਿ 22 ਦੀਆਂ 22 ਕਮੇਟੀਆਂ ਦਾ ਜੋ ਵੀ ਰੂਲ ਸੀ ਜੀ ਉਹਨਾਂ ਨੂੰ ਸਮੇਟਣ ਦਾ ਕੰਮ ਕੀਤਾ ਸੀ, ਉਹਨਾਂ ਦਾ ਡਰਾਫਟ ਤਿਆਰ ਕੀਤਾ ਸੀਗਾ ਜੀ। ਤੇ ਡਰਾਫਟਿੰਗ ਕਮੇਟੀ ਦੇ ਵਿੱਚ ਭੀਮ ਰਾਓ ਅੰਬੇਦਕਰ ਇਕੱਲੇ ਨਹੀਂ ਸੀ ਜੀ, ਡਰਾਫਟਿੰਗ ਕਮੇਟੀ ਦੇ ਟੋਟਲ 7 ਮੈਂਬਰ ਨੇ। 7 ਮੈਂਬਰਾਂ ਦਾ ਕੰਮ ਜੀ ਖਾੜਾ ਤਿਆਰ ਕਰਨਾ ਸੀਗਾ ਜੀ। ਤੇ ਭੀਮ ਰਾਓ ਅੰਬੇਦਕਰ ਜੀ ਇੱਕ ਹੋਰ ਕਮੇਟੀ ਦੇ ਵੀ ਚੇਅਰਮੈਨ ਰਹੇ ਨੇ ਜੀ, ਉਹਨਾਂ ਦਾ ਨਾਮ ਹੈ ਜੀ ਰੂਲ ਆਫ ਪ੍ਰੋਸੀਜਰ ਕਮੇਟੀ। ਠੀਕ ਹੈ ਜੀ, ਕਾਨੂੰਨ ਨਾਲ ਸੰਬੰਧਿਤ ਰੂਲ ਆਫ ਪ੍ਰੋਸੀਜਰ ਕਮੇਟੀ ਸੀਗੀ ਜੀ, ਤੇ ਇੱਕ ਡਰਾਫਟਿੰਗ ਕਮੇਟੀ। ਦੋਵਾਂ ਦੇ ਚੇਅਰਮੈਨ ਕੌਣ ਹੋਣਗੇ? ਸਾਡੇ BR ਅੰਬੇਦਕਰ ਜੀ। ਅੱਗੇ ਆਪਾਂ ਕਰਦੇ ਹਾਂ ਜੀ ਡਾਕਟਰ ਰਜਿੰਦਰ ਪ੍ਰਸਾਦ। ਇਹ ਚੇਅਰਮੈਨ ਨੇ ਜੀ ਕਿਹੜੀ ਕਮੇਟੀਆਂ ਦੇ ਚੇਅਰਮੈਨ ਨੇ? ਡਾਕਟਰ ਰਜਿੰਦਰ ਪ੍ਰਸਾਦ ਕੌਣ ਨੇ ਜੀ? ਇਹ ਸਾਡੇ ਪ੍ਰੈਜ਼ੀਡੈਂਟ ਨੇਗੇ ਸੰਵਿਧਾਨ ਸਭਾ ਦੇ। ਪਰਮਾਨੈਂਟ ਪ੍ਰੈਜ਼ੀਡੈਂਟ ਕੌਣ ਨੇ ਜੀ? ਡਾਕਟਰ ਰਜਿੰਦਰ ਪ੍ਰਸਾਦ। ਇਹਨਾਂ ਨੂੰ ਆਪਾਂ ਕਿਵੇਂ ਯਾਦ ਕਰਾਂਗੇ ਜੀ? ਹੁਣ ਪਰਮਾਨੈਂਟ ਪ੍ਰੈਜ਼ੀਡੈਂਟ ਨੇ ਜੀ ਸਾਡੀ ਸੰਵਿਧਾਨ ਸਭਾ ਦੇ ਇੱਕ ਪ੍ਰੈਜ਼ੀਡੈਂਟ ਆ ਜੀ। ਹੁਣ ਪ੍ਰੈਜ਼ੀਡੈਂਟ ਇਨਸਾਨ ਆ ਜੀ, ਸਰਕਾਰੀ ਬੰਦਾ ਹੋਵੇ, ਤੇ ਉਹਨੂੰ ਸਰਕਾਰੀ ਗੱਡੀ ਤਾਂ ਦੇਖੋ ਮਿਲਦੀ ਹੋਣੀ ਆ ਜੀ, ਤੇ ਗੱਡੀ ਤੋਂ ਆਪਾਂ ਕਿਵੇਂ ਯਾਦ ਕਰਾਂਗੇ ਜੀ? ਜਦੋਂ ਵੀ ਆਪਾਂ ਗੱਡੀ ਦੇ ਵਿੱਚ ਬੈਠਦੇ ਹਾਂ ਜੀ, ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੁੰਦਾ? ਉਹਦੇ ਜਿਹੜਾ ਸਟੀਅਰਿੰਗ ਹੁੰਦਾ ਜੀ, ਤਾਂ ਉਹਨੂੰ ਆਪਾਂ ਘੁਮਾਉਣੇ ਆ ਜੀ, ਫਿਰ ਹੀ ਗੱਡੀ ਸਟਾਰਟ ਮਤਲਬ ਗੱਡੀ ਚਲਾਉਣੇ ਆ ਜੀ। ਤਾਂ ਰਜਿੰਦਰ ਪ੍ਰਸਾਦ ਜੀ ਕੀ ਕਰਨਗੇ ਜੀ? ਗੱਡੀ ਵਿੱਚ ਬੈਠ ਕੇ ਸਟੀਅਰਿੰਗ ਘੁਮਾਉਣਗੇ, ਤਾਂ ਫਿਰ ਬਾਅਦ 'ਚ ਉਹਨਾਂ ਨੂੰ ਖਿਆਲ ਆਉਂਦਾ ਗਾ ਕਿ ਮੇਰੇ ਵੱਲ ਤਾਂ ਕੋਈ ਵੇਖ ਹੀ ਨਹੀਂ ਰਿਹਾ ਹੈਗਾ, ਇਹਨੂੰ ਕਿੱਦਾਂ ਯਾਦ ਕਰਾਂਗੇ ਜੀ? ਮੇਰੇ ਵੱਲ ਕੋਈ ਵੇਖ ਨਹੀਂ ਰਿਹਾ ਹੈਗਾ। ਤਾਂ ਉਹ ਕੀ ਕਰਨਗੇ? ਕਿਉਂਕਿ ਦੇਖੋ ਜੀ ਸੰਵਿਧਾਨ ਸਭਾ ਦਾ ਪ੍ਰਧਾਨ ਹੋਵੇ ਇਨਸਾਨ ਤੇ ਉਹਦੀ ਕੋਈ ਪਹਿਚਾਣ ਨਾ ਹੋਵੇ, ਤਾਂ ਉਹ ਕੀ ਕਰਨਗੇ ਜੀ? ਉਹਨਾਂ ਦੀ ਗੱਡੀ ਵੱਲ ਜਦੋਂ ਕੋਈ ਨਹੀਂ ਧਿਆਨ ਦੇ ਰਿਹਾ ਤਾਂ ਉਹ ਉਤਰ ਕੇ ਇੱਕ ਸ਼ੌਪ 'ਤੇ ਜਾਣਗੇ ਜੀ, ਤਾਂ ਉੱਥੇ ਜਾ ਕੇ ਜੀ ਕੀ ਕੱਢਣਗੇ? ਪੈਸੇ ਕੱਢਣਗੇ ਜੀ। ਪੈਸੇ ਕਿਹਦੇ ਨਾਲ ਸੰਬੰਧਿਤ ਹੁੰਦੇ ਜੀ? ਫਾਈਨਾਂਸ ਨਾਲ। ਤੇ ਪੈਸੇ ਕੱਢ ਕੇ ਜੀ ਇੱਕ ਝੰਡਾ ਖਰੀਦਣਗੇ, ਤੇ ਝੰਡਾ ਆਪਣੀ ਗੱਡੀ ਦੇ ਉੱਪਰ ਲਗਾਉਣਗੇ, ਤਾਂ ਫਿਰ ਜੀ ਉਹ ਅੱਗੇ ਚਲੇ ਜਾਣਗੇ। ਤਾਂ ਉਹਨਾਂ ਨੇ 3 ਕੰਮ ਕੀਤੇ ਜੀ ਜਦੋਂ ਗੱਡੀ 'ਚ ਬੈਠੇ। ਤੇ ਪਹਿਲਾ ਕੰਮ ਜੀ ਸਟੀਅਰਿੰਗ ਵਾਲਾ, ਸੈਕਿੰਡ ਜੀ ਗੱਡੀ 'ਚ ਉਤਰੇ ਜੀ ਉਹਨਾਂ ਨੇ ਪੈਸਾ ਕੱਢਿਆ ਆਪਣੀ ਜੇਬ 'ਚੋਂ, ਤੇ ਫਿਰ ਉਹਦਾ ਕੀ ਖਰੀਦਿਆ ਜੀ? ਝੰਡਾ ਖਰੀਦਿਆ। ਤਾਂ ਇਹ 3 ਕਮੇਟੀਆਂ ਦੇ ਜੀ ਇਹ ਕੀ ਰਹੇ ਨੇ? ਚੇਅਰਮੈਨ ਰਹੇ ਨੇ। ਸਟੀਅਰਿੰਗ ਤੋਂ ਯਾਦ ਕਰ ਲਓ ਜੀ ਕਿਸ ਕਮੇਟੀ ਦੇ ਹੈੱਡ ਨੇ ਜੀ? ਇਹ ਸਟੀਅਰਿੰਗ ਕਮੇਟੀ ਜੀ। ਸੈਕਿੰਡ ਜੀ ਪੈਸਾ ਕੱਢਿਆ ਸੀ ਮਤਲਬ ਫਾਈਨਾਂਸ ਕਮੇਟੀ ਨਾਲ ਸੰਬੰਧਿਤ ਹੋ ਗਈ। ਤੀਸਰਾ ਉਹਨਾਂ ਨੇ ਕੀ ਖਰੀਦਿਆ ਸੀ ਜੀ? ਝੰਡਾ। ਤੇ ਝੰਡੇ ਤੋਂ ਯਾਦ ਕਰ ਲਓ ਜੀ ਫਲੈਗ ਕਮੇਟੀ। ਝੰਡਾ ਕਮੇਟੀ ਜਾਂ ਫਲੈਗ ਕਮੇਟੀ। ਫਾਈਨਾਂਸ ਕਮੇਟੀ ਨੂੰ ਅਸੀਂ ਕੀ ਕਹਿੰਦੇ ਹਾਂ ਜੀ? ਵਿੱਤ ਕਮੇਟੀ। ਸਟੀਅਰਿੰਗ ਕਮੇਟੀ ਦਾ ਮਤਲਬ ਹੋ ਗਿਆ ਜੀ ਸੰਚਾਲਨ ਕਮੇਟੀ। ਠੀਕ ਹੈ ਜੀ, ਸਟੀਅਰਿੰਗ। ਸੈਕਿੰਡ ਜੀ ਉਹਨਾਂ ਨੇ ਪੈਸਾ ਕੱਢਿਆ ਜੀ ਫਾਈਨਾਂਸ ਕਮੇਟੀ। ਥਰਡ ਉਹਨਾਂ ਨੇ ਝੰਡਾ ਖਰੀਦਿਆ ਜੀ ਫਲੈਗ ਕਮੇਟੀ। ਤਾਂ ਝੰਡਾ ਖਰੀਦਣ ਤੋਂ ਬਾਅਦ ਜੀ ਆਪਣੀ ਗੱਡੀ 'ਤੇ ਲਗਾ ਕੇ ਉਹ ਅੱਗੇ ਚਲੇ ਜਾਣਗੇ, ਤਾਂ ਉਹਨਾਂ ਦੀ ਪਹਿਚਾਣ ਹੋ ਜਾਂਦੀ ਵੀ ਸਰਕਾਰੀ ਗੱਡੀ ਦੇ ਵਿੱਚ ਕੌਣ ਬੈਠੇ ਜਾ ਰਹੇ ਨੇ ਜੀ? ਡਾਕਟਰ ਰਜਿੰਦਰ ਪ੍ਰਸਾਦ ਜੀ। ਹਾਂਜੀ, ਆਪਣੀ ਟੋਟਲ 22 ਕਮੇਟੀਆਂ ਸੀਗੀਆਂ। ਟੋਟਲ 22 ਕਮੇਟੀ ਦੀ ਇੱਕ ਵਾਰ ਆਪਾਂ ਰਿਵੀਜ਼ਨ ਕਰ ਲੈਂਦੇ ਹਾਂ ਜੀ। 22 ਦੇ ਵਿੱਚੋਂ ਆਪਾਂ 8 ਵੱਡੀਆਂ ਹੀ ਯਾਦ ਕਰਨੀਆਂ ਨੇ। ਸਭ ਤੋਂ ਪਹਿਲੀਆਂ 'ਚ ਆਪਾਂ ਕੀਤਾ ਜੀ ਜਵਾਹਰ ਲਾਲ ਨਹਿਰੂ ਜੀ ਕਿਸ ਕਮੇਟੀ ਦੇ ਚੇਅਰਮੈਨ ਸੀਗੇ ਜੀ? ਇਹ ਯੂਨੀਅਨ ਤੇ ਸਟੇਟ ਨਾਲ ਸੰਬੰਧਿਤ ਨੇ ਜੀ। ਯੂਨੀਅਨ ਪਾਵਰ ਕਮੇਟੀ, ਯੂਨੀਅਨ ਕੌਂਸਟੀਟਿਊਸ਼ਨ ਕਮੇਟੀ ਤੇ ਸਟੇਟ ਕਮੇਟੀ। ਇਹਨਾਂ ਦੇ ਚੇਅਰਮੈਨ ਕੌਣ ਹੋਣਗੇ ਜੀ? ਜਵਾਹਰ ਲਾਲ ਨਹਿਰੂ ਜੀ। ਪ੍ਰਾਂਤਕ ਜਾਂ ਪ੍ਰੋਵਿੰਸ਼ੀਅਲ ਕਮੇਟੀ ਦੇ ਚੇਅਰਮੈਨ ਕੌਣ ਹੋਣਗੇ ਜੀ? ਪੀ ਤੇ ਪ੍ਰਾਂਤ, ਪੀ ਤੇ ਪਟੇਲ ਜੀ। ਤੇ ਅੱਗੇ ਜੀ BR ਅੰਬੇਦਕਰ ਜੀ ਕਿਸ ਕਮੇਟੀ ਦੇ ਆਣਗੇ ਜੀ ਚੇਅਰਮੈਨ? ਡਰਾਫਟਿੰਗ ਕਮੇਟੀ ਤੇ ਰੂਲ ਆਫ ਪ੍ਰੋਸੀਜਰ ਕਮੇਟੀ ਦੇ ਜੀ।
ਤੇ ਰਜਿੰਦਰ ਪ੍ਰਸਾਦ ਜੀ ਸਾਡੇ ਕੀ ਸੀਗੇ, ਪ੍ਰੈਜ਼ੀਡੈਂਟ ਸੀਗੇ ਜੀ। ਪ੍ਰੈਜ਼ੀਡੈਂਟ ਤੋਂ ਯਾਦ ਕਰਾਂਗੇ ਜੀ, ਸਰਕਾਰੀ ਗੱਡੀ ਤੋਂ ਯਾਦ ਕਰਨਾ ਗਾ ਸਟੀਅਰਿੰਗ ਕਮੇਟੀ, ਫਾਈਨਾਂਸ ਕਮੇਟੀ ਤੇ ਫਲੈਗ ਕਮੇਟੀ। ਇਹਨਾਂ ਤਿੰਨਾਂ ਕਮੇਟੀਆਂ ਦੇ ਚੇਅਰਮੈਨ ਕੌਣ ਸੀ ਜੀ? ਡਾਕਟਰ ਰਜਿੰਦਰ ਪ੍ਰਸਾਦ। हाँ जी, अगे आप देखते हैं ड्राफ्टिंग कमेटी। ये साडी सब तो मेन कमेटी है जी। ड्राफ्टिंग कमेटी कदों होंद दे विच आई है जी? ये आई है जी, एस्टैबलिशमेंट कदों हुई है? 29 अगस्त 1947। साडा देश असी अपना इंडिपेंडेंट डे कदों मनाने हैं जी? 15 अगस्त नूं। 15 तो 1 माइनस कर दो जी। 15 तो जो 1 माइनस करांगे कितना होंदा जी? 14। तो 14 दिन बाद ही साडी कमेटी बनी है। 15 अगस्त नूं असीं की कीता जी? आज़ादी दिहाड़ा सैलीब्रेट कीता सीगा। तो 14 दिन बाद जी 15 प्लस 14 टोटल किन्ने हो गए जी? 29। तो 29 अगस्त 1947 में साड़ी बनती है जी ड्राफ्टिंग कमेटी। ड्राफ्टिंग कमेटी के चेयरमैन कौन ने? जब पिछे करके हटे BR अंबेडकर जी। तो ये कमेटी के विच टोटल मैंबर किन्ने सीगे जी? 7 मैंबर ने गे। तो 7 मैंबर नूं याद करने की ट्रिक की है जी? आप सारे ने जी पहला MBD सारे ने पढ़ी हुई है जी। 10th तक अपने को ज़्यादातर की होंदी सी जी? MBD होंदे सीगे। तो उन्होंने की कहते सी जी? MBD बैंक। ठीक है, MBD बैंक तो ही अपने याद करना जी। M ते फर्स्ट नेम कौन आउणगे? मुहम्मद सदुल्ला जी। तो V ते जी BL मित्तर। D ते जी इत्थे मित्तर भी लिखे आ सकता तुहानूं जी, मित्तल भी लिखे आ सकता, L नाल भी लिखे आ सकता। D ते जी DP खैतान। V ते जी BR अंबेडकर जी। A ते अलाउद्दीन कृष्ण स्वामी। तो N ते आ जाएंगे जी N गोपाल स्वामी। अलाउद्दीन कृष्ण स्वामी इन्ना किया जी? आ नहीं हैगा गा। ठीक है जी। ए ते कौन ने? अलाउद्दीन कृष्ण स्वामी। N ते कौन ने जी? N गोपाल स्वामी। तो K ते कौन आउणगे जी? KM मुंशी। तो 7 मैंबर कौन ने जी? 29 अगस्त 1947 में जी साडी ड्राफ्टिंग कमेटी बनी आ, उहदे मैंबर ने जी। M ते कौन आ गए जी? मुहम्मद सदुल्ला जी। V ते VL मित्तर। D ते DP खैतान। अगे V ते BR अंबेडकर। A ते जी अलाउद्दीन कृष्ण स्वामी। N ते N गोपाल स्वामी। K ते KM मुंशी जी। ये 7 मैंबर सीगे। इन्हां 7 दे विचों जिहड़े 2 मैंबर ने जी VL मित्तर ते DP खैतान, इन्हां दी जगह ते रिप्लेस हो जाणगे। रिप्लेस होकर नवे मैंबर कौन होणगे जी? देखो जी मित्तर। मित्तर की थां ते कौन आऊ? M ते मित्तर। M ते कौन आ जी? माधव। ते मित्तर की थां ते कौन आ गए जी? माधव राव जी। ते DP खैतान की जगह ते कौन आ जाणगे जी? TT कृष्णाचारी। तो मित्तर तो तुसीं याद कर लो जी, M ती मित्तर है, M ती माधव राव जी। ये क्यों आए सी? BL मित्तर दी जी इन्हां दा हैल्थ इशू चल रहा सीगा। ते हैल्थ इशू करके जी इन्हां दी सेहत खराब होने करके जी इन्हां नूं रिप्लेस करके N माधव राव जी ले आंदे सीगे। जिहड़े DP खैतान आ जी, इन्हां नूं D तो याद कर लो जी। D ते डेथ। ठीक है जी, DP खैतान दी हो गई सी डेथ। ते इन्हां दी जगह ते नवां इंसान कौन आया सी जी? कृष्णमचारी। हाँ जी, खैतान। खैतान किहदे नाल संबंधित होंदा जी? खेतां नाल। ते खेतां दे विच आम ही अपनी आवाज़ां आउंदियां TT दियां जी। तो उस तो याद कर लो जी TT तो TT कृष्णाचारी। ठीक है जी। BL मित्तर। M ते मित्तर। M ते माधव राव जी आए सी। ते DP खैतान। D ते इन्हां दी डेथ हो गई सी जी। खैतान की जगह ते खेतां तो कौन आ गए जी? TT कृष्णाचारी। ये अपने संविधान सभा की जिहड़ी ड्राफ्टिंग कमेटी सी जी, उहदे 7 मैंबर ने जी। तो इन्हां दे जी चेयरमैन पुछ लैण जी, ड्राफ्टिंग कमेटी के चेयरमैन कौन सीगे जी? BR अंबेडकर जी। 7 मैंबरां दे विचों एक मैंबर BR अंबेडकर सी। ते यही जी ड्राफ्टिंग कमेटी के की ने जी? चेयरमैन। हाँ जी, अगे अपनियां जिहड़ियां डेट्स ने जी वो वेखदे हैगे। 26 नवंबर 1949 नूं साडा संविधान तैयार हो गया सी जी। 26 नवंबर 1949 नूं साडा संविधान बन गया सीगा जी। तो इस डेट नूं असीं जे तुहाडा एग्जाम दे विच उत्थे अडोप्ट आ जे जां इनैक्ट आ जे जां गिव टू अपने आप नूं असीं कदों दित्ता गा जी? ठीक है, एवें आ जे जी, जां इनैक्ट आ जे जां अडोप्ट आ जे, संविधान कदों बनया? तो तुसीं किस डेट ते टिक करोगे जी? 26 नवंबर 1949। अगर अजे तुहानूं संविधान लागू कदों होया तो उहदा तुहानूं संविधान लागू की जगह ते इनफोर्समेंट भी लिखिया आ सकदा जी।
ਤੇ ਕਮਿੰਸਮੈਂਟ ਵੀ ਲਿਖਿਆ ਆ ਸਕਦਾ। ਇਨਫੋਰਸਮੈਂਟ ਦਾ ਮਤਲਬ ਹੁੰਦਾ ਜੀ ਸੰਵਿਧਾਨ ਲਾਗੂ ਹੋਣਾ, ਤੇ ਕਮਿੰਸਮੈਂਟ ਦਾ ਮਤਲਬ ਹੁੰਦਾ ਜੀ ਕੰਮ ਸ਼ੁਰੂ ਹੋਣਾ। ਠੀਕ ਹੈ ਜੀ, ਕਮਿੰਸਮੈਂਟ ਦਾ ਮਤਲਬ ਕੀ ਹੁੰਦਾ ਜੀ ਕੰਮ ਸ਼ੁਰੂ ਕਦੋਂ ਹੋਇਆ। ਚਾਹੇ ਕਮਿੰਸਮੈਂਟ ਲਿਖਿਆ ਆਵੇ ਤੇ ਬੇਸ਼ੱਕ ਤੁਹਾਡਾ ਕੀ ਆਵੇ ਜੀ ਇਨਫੋਰਸਮੈਂਟ ਆਵੇ 50 ਨੂੰ ਜੀ। ਤੇ ਇਸ ਤੋਂ ਅੱਗੇ ਜੀ ਆਊਗੀ ਆਪਣੀ 28 ਜਨਵਰੀ। 2 ਡੇਟਸ ਹੋਰ ਆਉਣੀਆਂ ਜੀ, ਇੱਕ ਮਿੰਟ ਦੇਖਦੇ ਹਾਂ ਆਪਾਂ। ਹਾਂਜੀ, ਅੱਗੇ 24 ਜਨਵਰੀ 1950। 24 ਜਨਵਰੀ 1950 ਨੂੰ ਇੱਕ ਤਾਂ ਜੀ ਲਾਸਟ ਮੀਟਿੰਗ ਹੋਈ ਹੈਗੀ। ਠੀਕ ਹੈ, ਜਿਹੜੀ ਆਪਣੀ ਕੌਂਸਟੀਟਿਊਸ਼ਨ ਸੰਵਿਧਾਨ ਦੀ ਲਾਸਟ ਮੀਟਿੰਗ ਆ ਕਦੋਂ ਹੋਈ ਹੈ 24 ਜਨਵਰੀ 1950। ਤੇ ਇਸ ਦਿਨ ਕੀ ਹੋਏ ਸੀ ਜੀ ਲਾਸਟ ਮੀਟਿੰਗ 'ਚ ਟੋਟਲ 284 ਸਾਈਨ ਹੋਏ ਸੀਗੇ ਜੀ। ਮਤਲਬ ਸਾਡੇ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸੀ ਜੀ 299 ਮੈਂਬਰ ਸੀਗੇ ਜੀ। ਤੇ ਉਹਨਾਂ ਦੇ ਵਿੱਚੋਂ ਕਿੰਨੇ ਪਰਸਨ ਇਸ ਦਿਨ ਪ੍ਰੈਜ਼ੈਂਟ ਸੀਗੇ ਜੀ 284 ਆਦਮੀ ਸੀਗੇ ਤੇ ਉਹਨਾਂ ਨੇ ਸਾਈਨ ਕੀਤੇ ਸੀਗੇ। ਤੇ ਤੀਸਰਾ ਕੰਮ ਕੀ ਹੋਇਆ ਸੀ ਇਸ ਦਿਨ ਜੀ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਆਉਣ ਵਾਲੇ ਭਾਰਤ ਦੇ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਸੀਗਾ ਜੀ। ਤੇ ਅੱਗੇ ਜੀ ਨੈਸ਼ਨਲ ਐਂਥਮ ਅਡੋਪਟ ਕੀਤਾ ਗਿਆ ਸੀ ਜੀ ਇਸ ਦਿਨ ਜਨ ਗਣ ਮਨ। ਤੇ ਨੈਸ਼ਨਲ ਸੌਂਗ ਵੀ ਅਡੋਪਟ ਹੋਇਆ ਸੀ ਜੀ ਬੰਦੇ ਮਾਤਰਮ। ਮਤਲਬ 24 ਜਨਵਰੀ 1950। ਇਸ ਤੋਂ ਪਹਿਲਾਂ ਜਿਹੜੀ ਆਪਣੀ ਮੀਟਿੰਗ ਉਹ ਕਦੋਂ ਹੋਈ ਸੀ ਜੀ ਉਹਨਾਂ ਨੇ ਕੀਤੀ ਸੀਗੀ 26 ਨਵੰਬਰ 1949 ਨੂੰ। ਤੇ ਜਦੋਂ ਸਾਡਾ ਸੰਵਿਧਾਨ ਬਣ ਕੇ ਕੀ ਹੋਇਆ ਸੀ ਜੀ ਤਿਆਰ ਹੋਇਆ ਸੀਗਾ। ਪਰ ਇਹਨਾਂ ਨੇ 26 ਜਨਵਰੀ 1950 ਨੂੰ ਲਾਗੂ ਕਰਨਾ ਸੀਗਾ, ਇਸ ਕਰਕੇ 26 ਜਨਵਰੀ ਤੋਂ 2 ਦਿਨ ਪਹਿਲਾਂ ਜੀ 24 ਜਨਵਰੀ 1950 ਨੂੰ ਇੱਕ ਵਾਰ ਫਿਰ ਇਕੱਠੇ ਹੋਣਗੇ। ਇਸ ਤੋਂ ਪਹਿਲਾਂ ਸਾਡੇ 11 ਸੈਸ਼ਨ ਹੋ ਚੁੱਕੇ ਨੇ ਜੀ। ਤੇ ਇਸ ਨੂੰ 24 ਜਨਵਰੀ 1950 ਨੂੰ ਅਸੀਂ 12ਵੇਂ ਸੈਸ਼ਨ 'ਚ ਕਾਊਂਟ ਕਰਦੇ ਆਂਗੇ। ਪਰ ਅਸਲ ਦੇ ਸੈਸ਼ਨ ਹੁੰਦਾ ਕੀ ਹੈ ਜੀ ਸੈਸ਼ਨ ਹੁੰਦਾ ਗਾ ਲੰਬਾ ਸਮਾਂ। ਮਤਲਬ ਜਿਹੜਾ ਲਗਾਤਾਰ ਜੀ 15-20 ਦਿਨ ਤੋਂ ਲੈ ਕੇ ਮਹੀਨਾ 2 ਮਹੀਨੇ ਜਾਂ 3 ਮਹੀਨੇ ਤੱਕ ਚੱਲੇ ਉਹਨੂੰ ਕੀ ਬੋਲਦੇ ਆ ਇੱਕ ਸੈਸ਼ਨ ਬੋਲਦੇ ਆ। ਇੱਕ ਦਿਨ ਦੀ ਨੂੰ ਆਪਾਂ ਕੀ ਬੋਲਦੇ ਹਾਂ ਜੀ 1 ਡੇ ਨੂੰ ਬੋਲਦੇ ਹਾਂ ਮੀਟਿੰਗ। ਜਿਵੇਂ 24 ਜਨਵਰੀ ਨੂੰ ਸਾਰੇ ਇਕੱਠੇ ਹੋਏ ਤਾਂ ਉਹਨੂੰ ਕੀ ਕਵਾਂਗੇ ਮੀਟਿੰਗ। 25 ਨੂੰ ਇਕੱਠੇ ਹੋਏ ਉਸ ਨੂੰ ਬੋਲਾਂਗੇ ਮੀਟਿੰਗ। ਤੇ ਸੈਸ਼ਨ ਕੀ ਹੁੰਦਾ ਜੀ ਲਗਾਤਾਰ ਜਿਹੜਾ ਲੰਬਾ ਸਮਾਂ ਚੱਲੇ ਵੀ ਹਫਤਾ 2 ਹਫਤੇ ਜਾਂ 1 ਮੰਥ 2 ਮੰਥ। ਠੀਕ ਹੈ, ਤੇ 24 ਜਨਵਰੀ 1950 ਨੂੰ ਸੰਵਿਧਾਨ ਦੇ ਵਿੱਚ ਇਸ ਤੋਂ ਪਹਿਲਾਂ ਸਾਡੇ 11 ਸੈਸ਼ਨ ਹੋ ਚੁੱਕੇ ਨੇ ਤੇ ਇਹਨੂੰ ਅਸੀਂ 12ਵਾਂ ਸੈਸ਼ਨ ਮੰਨਦੇ ਹਾਂ। ਤੇ ਇਸ ਡੇਟ ਨੂੰ ਜੀ 5 ਕੰਮ ਹੋਣਗੇ। ਪਹਿਲਾਂ ਤਾਂ ਜੀ ਇਸ ਡੇਟ ਨੂੰ ਕਹਿੰਦੇ ਨੇ ਲਾਸਟ ਮੀਟਿੰਗ। ਸੈਕਿੰਡ ਕੀ ਕਿਹਾ ਜਾਂਦਾ ਜੀ ਇਸ ਦਿਨ 284 ਸਾਈਨ ਹੋਏ ਸੀਗੇ ਕਿ ਜਿਹੜਾ ਸਾਡਾ ਸੰਵਿਧਾਨ ਆਗਾ ਜੀ ਇਸ ਤੇ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਸੀਗੀ। ਤੇ ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਕਿ ਸੰਵਿਧਾਨ ਸਭਾ ਦੇ ਪ੍ਰੈਜ਼ੀਡੈਂਟ ਸੀਗੇ ਜੀ ਤੇ ਉਹਨਾਂ ਨੂੰ ਪਰਮਾਨੈਂਟ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੂੰ ਕੀ ਮੰਨ ਲਿਆ ਸੀ ਜੀ ਅੱਗੇ ਪ੍ਰੈਜ਼ੀਡੈਂਟ ਆਫ ਇੰਡੀਆ। ਤੇ ਨੈਸ਼ਨਲ ਐਂਥਮ ਤੇ ਨੈਸ਼ਨਲ ਸੌਂਗ ਜਨ ਗਣ ਮਨ ਤੇ ਵੰਦੇ ਮਾਤਰਮ ਵੀ 24 ਜਨਵਰੀ 1950 ਨੂੰ ਹੀ ਅਡੋਪਟ ਕੀਤਾ ਗਿਆ ਸੀਗਾ। ਤੇ ਨੈਕਸਟ ਡੇਟ ਆਊਗੀ ਜੀ 25 ਜਨਵਰੀ 1950 ਕਿਉਂਕਿ 24 ਜਨਵਰੀ ਤੱਕ ਸਾਰੇ ਸਾਡੇ ਸੰਵਿਧਾਨ ਸਭਾ ਦੇ ਮੈਂਬਰ ਨੇਗੇ। ਤੇ ਹੁਣ ਉਹਨਾਂ ਨੂੰ ਪਤਾ ਹੈ ਜੀ 26 ਜਨਵਰੀ ਨੂੰ ਕੀ ਹੋ ਜਾਣਾਗਾ ਸੰਵਿਧਾਨ ਲਾਗੂ ਹੋ ਜਾਣਾਗਾ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਜਿਹੜੀ ਸਰਕਾਰ ਹੈਗੀ ਉਹ ਕਿਹਨਾਂ ਨੇ ਚਲਾਉਣੀ ਹੈ ਜੀ ਅੱਗੇ ਜਿਹੜੇ ਨਿਯੁਕਤ ਕੀਤੇ ਹੋਏ ਆਦਮੀ ਉਹਨਾਂ ਨੂੰ ਉਹ ਲੈ ਕੇ ਆਉਣਗੇ ਜੀ ਸਰਕਾਰ ਨੂੰ। ਤੇ ਇਸ ਦੇ ਲਈ ਸਾਡੀ ਕੀ ਹੈ ਜੀ ਵੋਟਿੰਗ ਹੋਣੀ ਜ਼ਰੂਰੀ ਹੈਗੀ ਮਤਲਬ ਇਲੈਕਸ਼ਨ ਹੋਣੀ ਜ਼ਰੂਰੀ ਆ। ਤੇ 26 ਜਨਵਰੀ 1950 ਤੋਂ ਬਾਅਦ ਜਿਹੜੇ ਇਹ 299 ਮੈਂਬਰ ਨੇਗੇ ਜੀ ਤੇ ਇਹਨਾਂ ਦਾ ਜਿਹੜਾ ਟੈਨਿਓਰ ਆ ਉਹ ਖਤਮ ਹੋ ਜਾਵੇਗਾ। ਤੇ ਇਸ ਕਰਕੇ ਜੀ ਅਗਲੇ ਹੀ ਦਿਨੇ 25 ਜਨਵਰੀ 1950 ਨੂੰ ਕਿਹਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਥਾਪਨਾ ਕਰਨਗੇ। ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਦੋਂ ਸਥਾਪਨਾ ਹੋ ਜੀ 25 ਜਨਵਰੀ 1950 ਨੂੰ ਤਾਂ ਇਸ ਡੇਟ ਨੂੰ ਕੀ ਕਹਿੰਦੇ ਨੇ ਜੀ ਵੋਟਰ ਡੇ ਵੀ ਮਨਾਇਆ ਜਾਂਦਾ ਜੀ ਕਿਉਂਕਿ ਇਸ ਦਿਨ ਇਸਟੈਬਲਿਸ਼ਮੈਂਟ ਹੋਈ ਸੀ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ। ਤਾਂ 25 ਜਨਵਰੀ 1950 ਨੂੰ ਵੋਟਰ ਡੇ ਕਹਿੰਦੇ ਨੇ। ਅਗਰ ਪੁੱਛਣਾ ਜੀ ਲਾਸਟ ਮੀਟਿੰਗ ਤਾਂ 24 ਜਨਵਰੀ 1950 ਨੂੰ ਬੋਲਾਂਗੇ ਜੀ। ਹਾਂਜੀ, ਸਾਡਾ ਜਿਹੜਾ ਸੰਵਿਧਾਨ ਸੀਗਾ ਕੌਂਸਟੀਟਿਊਸ਼ਨ ਸੀਗਾ ਜੀ ਉਹਨੂੰ ਟੋਟਲ ਟਾਈਮ ਕਿੰਨਾ ਲੱਗਿਆ ਸੀਗਾ ਕੰਪਲੀਟ ਹੋਣ ਤੇ 2 ਸਾਲ 11 ਮਹੀਨੇ ਤੇ 18 ਦਿਨ 2 ਈਅਰ 11 ਮੰਥ ਤੇ 18 ਡੇ ਦੇ ਵਿੱਚ ਸਾਡਾ ਲਗਭਗ ਮਤਲਬ 3 ਸਾਲ ਹੋ ਗਏ ਸੀਗੇ ਜੀ। ਤੇ 3 ਸਾਲ ਤੋਂ ਥੋੜੇ ਕੁ ਦਿਨ ਘੱਟ ਸੀਗੇ ਤੇ ਇੰਨੇ ਟਾਈਮ ਦੇ ਵਿੱਚ ਸਾਡਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀਗਾ ਜੀ। ਤੇ ਇਹਦੀ ਸੈਸ਼ਨ ਲਿਖਿਆ ਹੁੰਦਾ ਜੀ ਤੁਹਾਨੂੰ एग्जाम ਦੇ ਵਿੱਚ ਆਪਸ਼ਨ 11 ਵੀ ਆ ਸਕਦੀ ਹੈ ਜੀ 12 ਵੀ ਆ ਸਕਦੀ ਆ ਕਿਉਂਕਿ ਇਹਦੇ ਟੋਟਲ ਸੈਸ਼ਨ ਅਸਲ 'ਚ ਤਾਂ 11 ਹੀ ਹੋਏ ਨੇ। ਜਿਹੜੀ ਲਾਸਟ ਮੀਟਿੰਗ ਹੋਈ ਹੈ ਜੀ 24 ਜਨਵਰੀ 1950 ਉਹ ਇੱਕ ਦਿਨ ਲਈ ਮੀਟਿੰਗ ਹੋਈ ਸੀਗੀ ਕਿਉਂਕਿ 24 ਤੇ 25 ਜਨਵਰੀ ਤੋਂ ਬਾਅਦ 26 ਨੂੰ ਤਾਂ ਸਾਡਾ ਸੰਵਿਧਾਨ ਲਾਗੂ ਹੋ ਜਾਣਾ ਸੀ।
ਤਾਂ ਇਹ ਜਿਹੜੀ ਲਾਸਟ ਦੀ ਮੀਟਿੰਗ ਕਾਫੀ ਟਾਈਮ ਬਾਅਦ 26 ਨਵੰਬਰ ਤੋਂ 2 ਮਹੀਨੇ ਬਾਅਦ ਜੀ ਇੱਕ ਵਾਰ ਦੁਬਾਰਾ ਉਹ ਇਕੱਠੇ ਹੋਏ ਸੀ ਅਸੈਂਬਲੀ ਵਾਲੇ ਮੈਂਬਰ। ਇਸ ਕਰਕੇ ਇਹਨੂੰ 12ਵੇਂ ਸੈਸ਼ਨ ਦਾ ਨਾਮ ਦਿੱਤਾ ਜਾਂਦਾ ਜੀ। ਪਰ ਆਪਸ਼ਨ 'ਚ ਤੁਹਾਡੇ ਕੋਲ 11 ਸੈਸ਼ਨ ਵੀ ਆ ਸਕਦੇ ਆ, 12 ਵੀ ਜੀ। ਇਹ ਦੋਵੇਂ ਨਹੀਂ ਆਉਣਗੇ ਤੇ ਆਪਸ਼ਨ ਤੁਹਾਡੇ ਕੋਲ 11 ਜਾਂ 12 ਚੋਂ ਇੱਕ ਹੀ ਆਏਗੀ ਜੀ। ਤੇ 12ਵੇਂ ਸੈਸ਼ਨ ਦੇ ਵਿੱਚ ਕੀ ਹੋਇਆ ਜੀ, 24 ਜਨਵਰੀ 1950 ਨੂੰ ਅਸੀਂ ਲਾਸਟ ਮੀਟਿੰਗ ਮੰਨਦੇ ਹਾਂ ਤੇ ਇਸੇ ਦਿਨ ਸਾਡਾ ਜਨਗਣ ਮਨ ਅਡਾਪਟ ਕੀਤਾ ਗਿਆ, ਬੰਦੇ ਮਾਤਰਮ ਅਡਾਪਟ ਕੀਤਾ, 284 ਸਾਈਨ ਹੋਏ ਨੇ ਤੇ ਸਾਡੇ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਨਿਯੁਕਤ ਕੀਤੇ ਨੇ ਜੀ। ਤੇ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਜੀ, ਅਸੀਂ ਕਿੰਨੇ ਦੇਸ਼ਾਂ ਦਾ ਸੰਵਿਧਾਨ ਰੀਡ ਕੀਤਾ ਸੀਗਾ ਤੇ ਜਿਹਦੇ ਤੋਂ ਅਸੀਂ ਨੇ ਸਾਡਾ ਸੰਵਿਧਾਨ ਬਣਾਇਆ ਜੀ। ਲਗਭਗ 60 ਦੇਸ਼ਾਂ ਦੇ ਸੰਵਿਧਾਨਾਂ ਨੂੰ ਸਾਡੇ ਸੰਵਿਧਾਨ ਨਿਰਮਾਤਾ ਨੇ ਪੜ੍ਹਿਆ ਸੀਗਾ ਤੇ ਉਹਨੂੰ ਪੜ੍ਹਨ ਤੋਂ ਬਾਅਦ ਹਰੇਕ ਦੇਸ਼ ਦੀਆਂ ਜੋ ਵੀ ਚੰਗੀਆਂ ਗੱਲਾਂ ਸੀਗੀਆਂ ਉਹਨਾਂ ਨੇ ਸਾਡੇ ਸੰਵਿਧਾਨ ਦੇ ਵਿੱਚ ਲਿਖੀਆਂ ਨੇ ਜੀ। ਕਿਉਂਕਿ ਸੰਵਿਧਾਨ ਨਿਰਮਾਤਾ ਨਹੀਂ ਚਾਹੁੰਦੇ ਸੀਗੇ ਕਿ ਜਿਹੜੇ ਸਾਡੇ ਦੇਸ਼ ਵਾਸੀ ਨੇਗੇ ਉਹਨਾਂ ਦੇ ਅੱਗੇ ਨਵੀਆਂ ਪ੍ਰੋਬਲਮ ਆਉਣ ਤੇ ਉਹਨਾਂ ਨੇ ਅਲੱਗ-ਅਲੱਗ ਦੇਸ਼ ਦੇਖੇ ਜੀ। ਜਿਵੇਂ ਰੂਸ ਦੀ ਕ੍ਰਾਂਤੀ ਹੋ ਗਈ ਤੇ ਉਹ ਕ੍ਰਾਂਤੀਆਂ ਤੋਂ ਉਹਨਾਂ ਨੇ ਦੇਖਿਆ ਵੀ ਲੋਕਾਂ ਨੇ ਕ੍ਰਾਂਤੀਆਂ ਕਿਉਂ ਕੀਤੀਆਂ ਤੇ ਉਹ ਕ੍ਰਾਂਤੀਆਂ ਦੇ ਕਰਕੇ ਫਿਰ ਉਹਨਾਂ ਨੇ ਰੂਸ ਵਾਲਿਆਂ ਨੇ ਕੀ ਕੰਮ ਕੀਤਾ। ਤਾਂ ਆਪਣੇ ਜਿਹੜੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਨੇ ਹਰੇਕ ਦੇਸ਼ ਦੇ ਵਿੱਚ ਜਾ ਕੇ ਵੇਖਿਆ ਕਿ ਇਹਨਾਂ ਲੋਕਾਂ ਨੇ ਕਿਹੜੇ ਕਿਸ ਕੰਮ ਦੀ ਡਿਮਾਂਡ ਕੀਤੀ ਆ, ਕਿਹੜੀ ਕ੍ਰਾਂਤੀ ਲੈ ਕੇ ਆਂਦੀ ਆ। ਇਨ ਫਿਊਚਰ ਵੀ ਇੰਡੀਆ ਦੇ ਵਿੱਚ ਐਵੇਂ ਦੀ ਕੋਈ ਕ੍ਰਾਂਤੀ ਨਾ ਉੱਠੇ, ਇਹਨਾਂ ਹੀ ਡਿਮਾਂਡ ਦੀ ਜਿਹੜੀਆਂ ਡਿਮਾਂਡਸ ਨੇ ਲੋਕਾਂ ਦੀਆਂ ਵੀ ਉਹ ਦੁਬਾਰਾ ਨਾ ਕਰਨ। ਤੇ ਇਸੇ ਕਰਕੇ ਉਹਨਾਂ ਨੇ ਹਰੇਕ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸੋਹਣਾ ਸਾਡਾ ਜਿਹੜਾ ਸੰਵਿਧਾਨ ਆ ਜੀ ਉਹਨੂੰ ਡਿਜ਼ਾਈਨ ਕੀਤਾ ਗਾ। ਤੇ ਉਹਨਾਂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਲੋਕਾਂ ਦੀਆਂ ਡਿਮਾਂਡਸ ਕ੍ਰੀਏਟ ਹੋ ਰਹੀਆਂ ਨੇ ਵੀ ਇੰਡੀਆ ਦੇ ਵਿੱਚ ਵੀ ਕ੍ਰੀਏਟ ਹੋ ਸਕਦੀਆਂ ਨੇਗੀਆਂ। ਤਾਂ ਉਹਨਾਂ ਨੂੰ ਪਹਿਲਾਂ ਹੀ ਆਪਣੇ ਸੰਵਿਧਾਨ ਦੇ ਵਿੱਚ ਲਿਖ ਗਏ ਨੇਗੇ ਜੀ। ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਸਾਡਾ ਸੰਵਿਧਾਨ। ਤੇ ਜਿਹੜਾ ਸਾਡਾ ਸੰਵਿਧਾਨ ਆ ਜੀ ਉਹਨੂੰ ਡਰਾਫਟ ਕਰਨ ਦੇ ਲਈ ਕਿੰਨੇ ਦਿਨ ਲੱਗੇ ਨੇ ਜੇ ਟਾਈਮ ਪੁੱਛ ਲੈਣ ਤਾਂ 114 ਦਿਨਾਂ ਦੇ ਲਈ ਸਾਡਾ ਸੰਵਿਧਾਨ ਵਿਚਾਰਿਆ ਗਿਆ ਸੀਗਾ। 60 ਦੇਸ਼ਾਂ ਦਾ ਸੰਵਿਧਾਨ ਪੜ੍ਹਿਆ ਜੀ, 114 ਦਿਨਾਂ ਲਈ ਸਾਡਾ ਸੰਵਿਧਾਨ ਵਿਚਾਰਿਆ ਗਿਆ ਸੀਗਾ। ਤੇ ਅਗਰ ਆਪਾਂ ਗੱਲ ਕਰੀਏ ਜੀ 1946 ਜਦੋਂ ਸਾਡੀ ਸੰਵਿਧਾਨ ਨੇ ਕੰਮ ਕਰਨਾ ਸਟਾਰਟ ਕਰਤਾ ਸੀ ਜੀ। 1947 ਦੇ ਵਿੱਚ ਦੇਸ਼ ਆਜ਼ਾਦ ਹੋ ਗਿਆ। 47 ਤੋਂ ਲੈ ਕੇ 1950 ਤੱਕ ਸਾਡੀ ਕੋਈ ਸਰਕਾਰ ਨਹੀਂ ਸੀਗੀ ਜੀ। ਸਾਡੀ ਨੋਰਮਲ ਕੀ ਸੀ, ਸੰਵਿਧਾਨ ਸਭਾ ਸੀ ਨਾ ਜਿਹੜੀ, ਉਹ ਦੋ ਕੰਮ ਕਰ ਰਹੀ ਸੀ। ਉਹੀ ਸਰਕਾਰ ਚਲਾਉਣ ਦਾ ਕੰਮ ਕਰ ਰਹੀ ਸੀਗੀ ਤੇ ਉਹੀ ਕੀ ਕਰ ਰਹੀ ਸੀਗੀ, ਸੰਵਿਧਾਨ ਬਣਾਉਣ ਦਾ ਕੰਮ ਕਰ ਰਹੀ ਸੀਗੀ। ਤੇ ਇਸ ਕਰਕੇ 1947 ਤੋਂ ਲੈ ਕੇ 1950 ਤੱਕ ਦੇਖੋ ਸਾਡਾ ਸੰਵਿਧਾਨ ਤਾਂ ਬਣਿਆ ਨਹੀਂ ਜਿਹਦੇ ਅਕੋਰਡਿੰਗ ਸਰਕਾਰਾਂ ਚੱਲ ਸਕਣ। 47 ਤੋਂ ਲੈ ਕੇ 50 ਤੱਕ ਜਿਹੜੀ ਗੌਰਮੈਂਟ ਹੈਗੀ ਉਹ ਕਿੰਨਾ ਰੂਲ ਦੇ ਅਕੋਰਡਿੰਗ ਚਲਾਈ ਗਈ ਹੈ ਜੀ। ਤੇ ਉਹ ਕਿਸ ਰੂਲ ਦੇ ਅਕੋਰਡਿੰਗ ਚਲਾਈ ਗਈ? ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅਕੋਰਡਿੰਗ 1947 ਤੋਂ ਲੈ ਕੇ 50 ਤੱਕ ਸਾਡੀ ਸਰਕਾਰ ਚੱਲੀ ਹੈ ਜੀ। ਤੇ ਉਸ ਤੋਂ ਬਾਅਦ 'ਚ 50 ਤੋਂ ਬਾਅਦ ਜਿਹੜਾ ਸਾਡਾ ਸੰਵਿਧਾਨ ਬਣਾ ਰਹੇ ਸੀਗੇ ਸਾਰੇ ਲੋਕਾਂ ਦੀ ਜਦੋਂ ਸਹਿਮਤੀ ਹੋ ਗਈ ਇੰਡੀਅਨ ਪੀਪਲ ਦੀ, ਕਿਉਂਕਿ ਸੰਵਿਧਾਨ ਦੇਖੋ 299 ਮੈਂਬਰ ਨੇ ਤਾਂ ਬਣਾ ਨਹੀਂ ਦਿੱਤਾ ਗਾ। ਇਹਨਾਂ ਨੇ ਕੀ ਕੀਤਾ ਜੀ, ਸੰਵਿਧਾਨ ਬਣਾਉਣ ਤੋਂ ਬਾਅਦ ਅਖਬਾਰਾਂ ਜਾਂ ਆਪਾਂ ਕਹਿ ਸਕਦੇ ਹਾਂ ਜੀ ਨਿਊਜ਼ ਪੇਪਰ ਤੋਂ ਇਲਾਵਾ ਅਲੱਗ-ਅਲੱਗ ਮੈਗਜ਼ੀਨ ਵਗੈਰਾ ਦੇ ਵਿੱਚ ਇਹ ਪੂਰੇ ਦੇ ਪੂਰੇ ਸੰਵਿਧਾਨ ਦੇ ਜਿਹੜੇ ਖਰੜੇ ਸੀ ਉਹਨਾਂ ਨੂੰ ਜੀ ਛਾਪਿਆ ਗਿਆ ਸੀਗਾ। ਲੋਕਾਂ ਨੇ ਉਹਨਾਂ ਨੂੰ ਪੜ੍ਹਿਆ ਤੇ ਫਿਰ ਲੋਕਾਂ ਦੀਆਂ ਜਿਹੜੇ ਵਿਚਾਰ ਨੇ ਉਹ ਵੀ ਇਹਨਾਂ ਨੇ ਸੰਵਿਧਾਨ ਨਿਰਮਾਤਾਵਾਂ ਨੇ ਮੰਨੇ ਸੀਗੇ ਜੀ। ਉਸ ਤੋਂ ਬਾਅਦ 'ਚ ਜੀ ਸੈਕਿੰਡ ਰੀਡਿੰਗ ਕਰਵਾਈ ਸੀਗੀ ਆਮ ਇੰਡੀਅਨ ਲੋਕਾਂ ਨੂੰ। ਤੇ ਉਸ ਤੋਂ ਬਾਅਦ 'ਚ ਜਿਹੜੇ ਸੰਵਿਧਾਨ ਨਿਰਮਾਤਾ ਨੇ ਉਹਨਾਂ ਨੇ ਆਪਣੀ ਲਾਸਟ ਰੀਡਿੰਗ ਕਰਨ ਤੋਂ ਬਾਅਦ ਸਾਡੇ ਸੰਵਿਧਾਨ ਨੂੰ ਜੀ ਫਾਈਨਲ ਟੱਚ ਦਿੱਤਾ ਸੀਗਾ। ਤੇ ਇਹ ਫਾਈਨਲ ਟੱਚ ਦੇਣ ਤੋਂ ਬਾਅਦ ਹੀ 1950 ਤੋਂ ਬਾਅਦ ਜਿਹੜਾ ਸਾਡਾ ਸੰਵਿਧਾਨ ਹੈ ਜੀ ਪ੍ਰੋਪਰ ਬਣ ਕੇ ਸਾਡੇ ਸਾਹਮਣੇ ਆ ਗਿਆ, ਜਿਹਦੇ ਅਕੋਰਡਿੰਗ ਅਸੀਂ ਅੱਜ ਦੀਆਂ ਸਰਕਾਰਾਂ ਚਲਾ ਰਹੇ ਹਾਂ। ਪਰ ਜੇ ਤੁਹਾਨੂੰ ਪੇਪਰ 'ਚ ਕੁਐਸਚਨ ਆਵੇ ਕਿ 47 ਤੋਂ ਲੈ ਕੇ 50 ਤੱਕ ਕਿਹੜੇ ਰੂਲ ਮੰਨੇ ਜਾ ਰਹੇ ਸੀ, ਤਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅਕੋਰਡਿੰਗ ਜੀ ਸਰਕਾਰ ਚਲਾਈ ਜਾ ਰਹੀ ਸੀ। ਉਮੀਦ ਹੈ ਜੀ ਤੁਹਾਨੂੰ ਅੱਜ ਦਾ ਲੈਕਚਰ ਪ੍ਰੋਪਰ ਸਮਝ ਆ ਗਿਆ ਹੋਣਾ ਜੀ। ਤੇ ਪਲੀਜ਼ ਇਸ ਲੈਕਚਰ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਤੇ ਹੁਣ ਆਪਾਂ ਇਹ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਜੀ ਅੱਗੇ। ਥੈਂਕ ਯੂ।